ਦਰ ਤੇ ਹਾਜ਼ਰ। गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालिक गुरु हरकृष्ण साहब महाराज जी दे पवित्र चरण छो प्राप्त इतिहासक स्थान गुरुद्वारा बंगला साहब जी की यात्रा करते हैं। जुगो जुग अटल छतर चबर तखत दे मालिक धन धन श्री गुरु ग्रंथ साहिब पातशाह महाराज जी दे हजूर मनुखा जीवन दीयां घड़ियां नूं सफला कर रहे हो। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो। रसना पवित्र कर दे एक बार, सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है। प्रसंग है सतगुरु जी ने मलक भागो दे पाप नूं प्रगट किया और ये पाप प्रगट होना नहीं सी। ये कीता भी मलक भागो दियां जड़ियां हंकार वालियां करतूतां सी उन्हां करके। मलक भागो ने ब्रह्म भोज किया, सतगुरु तो छकन गए नहीं। हुण एक ब्राह्मण दे कहण ते मलक भागो ने गुरु जी नूं पकड़न वास्ते सिपाही भेज दिते। हुण इहदे च गुरु जी का तो कोई कसूर नहीं। देखो ना, पाप भी तू करे, ब्रह्म भोज भी तू करे, ते अपने ब्रह्म भोज नूं जबरदस्ती खवाउण वास्ते जिन्हों धिक्को जोरी कहते हैं, जुल्म भी तू करे कि गुरु नानक वर्गे रबी फकीर नूं फड़न वास्ते पुलिस चली जाए। फिर गुरु जी आए ने तीजी बार। मतलब जे इनू इंज कहीए कि इन्हें 3 वारी जबरदस्ती करके अपनी बेइज्जती कराई। ये बहुत कुछ सीखण की लोड़ है। कोई पाप करदे करी जावे भाई, पर पाप करन वास्ते तुसी जदों इस तरह तुरोगे तो इसदा अर्थ है कि बेइज्जती तुसी खुद कराउणी चाहुंदे हो अपनी। गुरु नानक साहब ने उहदे घर जिथे बहुत सारे सैकड़े हजारां लोग इकट्ठे होए सी, सज्जे हथ विच भाई लालो दी गरीब दी कोदरे दी रोटी लैके, खब्बे हथ विच मलक भागो दे दुध विच गुन्ने
ਪੂੜੇ ਪੂੜੀਆਂ ਲੈ ਕੇ ਵਿਖਾ ਦਿੱਤਾ, ਬਈ ਇਹਦੇ ਚੋਂ ਲਹੂ ਨਿਕਲਦਾ, ਗਰੀਬ ਦੀ ਸੁੱਕੀ ਰੋਟੀ ਵਿੱਚੋਂ ਦੁੱਧ ਨਿਕਲਦਾ। ਮਲਕ ਭਾਗੋ ਬਹੁਤ ਸ਼ਰਮਸਾਰ ਹੋਇਆ। ਵੇਖੋ ਗੱਲ ਇੱਥੇ ਵੀ ਨਹੀਂ ਰੁਕੀ। ਸਿਆਣੇ ਕਹਿੰਦੇ ਨੇ ਕਿ ਜਦੋਂ ਮਾੜਾ ਸਮਾਂ ਹੋਵੇ ਨਾ, ਉਦੋਂ ਰੁਕ ਜਾਣਾ ਚਾਹੀਦਾ ਹੈ। ਇੱਥੋਂ ਤੱਕ ਵੀ ਵਿਦਵਾਨਾਂ ਨੇ ਲਿਖਿਆ ਹੈ ਵੀ ਜਦੋਂ ਹਨੇਰੀ ਵਗੇ ਉਦੋਂ ਰੁਕ ਜਾਓ, ਕੋਈ ਪਤਾ ਨਹੀਂ ਕਿ ਤੁਹਾਡੇ ਆਲੇ ਦੁਆਲੇ ਦੀ ਖਲੋਤੀ ਚੀਜ਼ ਉੱਡ ਕੇ ਤੁਹਾਡੇ ਤੇ ਡਿੱਗ ਪਵੇ। ਈਵਨ ਦਰਖਤ ਡਿੱਗ ਪੈਂਦੇ ਨੇ। ਹਾਂ, ਮੀਂਹ ਪੈਂਦਾ ਹੋਵੇ ਤੇ ਸਫ਼ਰ ਕਰ ਲਓ, ਹਨੇਰੀ ਹੋਵੇ ਤੇ ਰੁਕ ਜਾਓ। ਮਲਕ ਭਾਗੋ ਹੁਣ ਤੁਸੀਂ ਸੁਣੋਗੇ, ਅਜੇ ਵੀ ਨਹੀਂ ਰੁਕਿਆ ਵੀ ਇੰਨੀ ਵੱਡੀ ਘਟਨਾ ਹੋ ਗਈ ਤੇਰੇ ਘਰ ਵਿੱਚ, ਤੇਰਾ ਪਾਪ ਉਗੜ ਗਿਆ। ਚਾਹੀਦਾ ਤੇ ਸੀ ਵੀ ਚਰਨੀ ਢਹਿ ਕੇ ਮਾਫੀ ਮੰਗ ਲੈਂਦਾ। ਕਵੀ ਜੀ ਨੇ ਇੱਥੇ ਲਿਖਿਆ ਹੈ ਕਿ ਲੱਜਤ ਹੋ ਕਰ ਗਰੀਬ ਨਵਾਈ, ਉਰ ਮੈਂ ਰਿਸ ਅਤ ਕੱਛ ਨਾ ਬਸਾਈ। ਮਨ ਵਿੱਚ ਸਗੋਂ ਕ੍ਰੋਧ ਭਰ ਲਿਆ, ਗੁੱਸਾ ਭਰ ਲਿਆ। ਇਹ ਕੌਣ ਹੁੰਦਾ? ਮੇਰੀ ਬੋਲ ਨ ਆਵ ਬਿਕਲ ਸਾ ਭਇਓ, ਜਿਉ ਕਿਰਪਨ ਕਾ ਧਨ ਕਿਤ ਗਇਓ। ਕਿਦੋਂ ਜੂਪ ਮੈਂ ਦਰਬ ਹਿਰਾਇਓ, ਚੋਰ ਯਾਰ ਜਿਉ ਬੋਲ ਨ ਆਇਓ। ਊਚ ਨੀਚ ਹੇਰੇ ਨਰ ਠਾਂਡੇ, ਚਿਤ ਮੈਂ ਅਦਕ ਬਿਸਮਤਾ ਠਾਂਡੇ। ਸ਼੍ਰੀ ਨਾਨਕ ਉਠ ਬਾਹਰ ਆਏ, ਮਨੋ ਗਿਆਨ ਕੋ ਤਰਨ ਸੁਹਾਏ। ਸਤਿਗੁਰੂ ਮਲਕ ਭਾਗੋ ਦੇ ਘਰੋਂ ਬਾਹਰ ਆ ਗਏ। ਗੁਰੂ ਜੀ ਦੀ ਮਹਿਮਾ ਹੈ ਸੂਰਜ ਦੀ ਨੁਮਾ। ਹੁਣ ਸੂਰਜ ਨੂੰ ਕੀ ਦਾਗ ਹੋ ਸਕਦਾ? ਤੁਸੀਂ ਵੇਖਿਆ ਸੂਰਜ ਦੀਆਂ ਕਿਰਨਾਂ ਗੋਬਰ ਤੇ ਪੈਂਦੀਆਂ ਨੇ, ਰੂੜੀ ਤੇ ਪੈਂਦੀਆਂ ਨੇ। ਜਿੱਥੇ ਬੰਦੇ ਨੇ ਆਪਣੀ ਮਲ ਮੂਤਰ ਵਿਸ਼ਟਾ ਕੀਤੀ ਹੈ, ਜਿੱਥੇ ਟਾਇਲਟ ਬਣੇ ਹੋਣ, ਬਾਥਰੂਮ ਬਣੇ ਹੋਣ, ਕਿਤੇ ਓਪਨ ਜਗ੍ਹਾ ਦੇ ਵਿੱਚ ਗੰਦਗੀ ਪਈ ਹੋਵੇ, ਸੂਰਜ ਦੀਆਂ ਕਿਰਨਾਂ ਉੱਥੇ ਵੀ ਪੈਂਦੀਆਂ ਨੇ। ਪਰ ਕਦੇ ਕਿਸੇ ਨੇ ਕਿਹਾ ਵੀ ਇੱਥੇ ਸੂਰਜ ਦੀਆਂ ਕਿਰਨਾਂ ਪੈ ਕੇ ਮਲੀਨ ਹੋ ਗਈਆਂ ਨੇ? ਗੰਦਗੀ ਦੇ ਉੱਪਰ ਪੈ ਕੇ ਵੀ ਜਿਹੜੀ ਸੂਰਜ ਦੀ ਕਿਰਨ ਹੈ ਉਹ ਗੰਦੀ ਨਹੀਂ ਹੁੰਦੀ। ਗੁਰੂ ਦੀ ਮਹਿਮਾ ਸੂਰਜ ਵਰਗੀ ਹੈ, ਉਹ ਤਾਂ ਸੂਰਜ ਤੁੱਲ ਨੇ ਭਾਈ। ਮਲਕ ਭਾਗੋ ਦੇ ਘਰੋਂ ਸਤਿਗੁਰੂ ਬਾਹਰ ਆਏ ਨੇ। ਇਸ ਤੋਂ ਅਗਲੀ ਕਥਾ ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰੋ। ਹਾਂਜੀ। ਨਾਲੋ ਜਿਨ ਕੈ ਸੰਗ ਹੈ, ਅੰਗ ਉਮੰਗਤ ਭਾਜੋ। ਅੱਗੇ ਅੱਗੇ ਸਤਿਗੁਰੂ ਨੇ ਮਗਰ ਮਗਰ ਸਤਿਗੁਰੂ ਦੇ ਭਾਈ ਲਾਲੋ ਹੈ। ਅੱਜ ਭਾਈ ਲਾਲੋ ਦੇ ਅੰਦਰ ਖੁਸ਼ੀ ਹੈ। ਉਹਦੇ ਅੰਗਾਂ ਦੇ ਵਿੱਚ, ਉਹਦੇ ਸਰੀਰ ਵਿੱਚ ਅੱਜ ਦੀ ਖੁਸ਼ੀ ਮੁਆਉਂਦੀ ਨਹੀਂ, ਪੂਰੀ ਨਹੀਂ ਆਉਂਦੀ। ਬਹੁਤ ਡਰਿਆ ਹੋਇਆ ਸੀ। ਜਦੋਂ ਮਲਕ ਭਾਗੋ ਦੇ ਬੰਦੇ ਗੁਰੂ ਨਾਨਕ ਸਾਹਿਬ ਨੂੰ ਉਹਦੇ ਘਰੋਂ ਲੈਣ ਗਏ ਸਨ ਵੀ ਪਤਾ ਨਹੀਂ ਕੀ ਹੋਏਗਾ, ਪਰ ਜਦੋਂ ਜੈ ਜੈਕਾਰ ਹੋ ਗਈ ਤੇ ਭਾਈ ਲਾਲੋ ਨੂੰ ਵੀ ਖੁਸ਼ੀ ਹੈ। ਹਾਂਜੀ। ਬਦਨ ਕੁੰਦ ਕਰਨਾ ਸਦਨ, ਬਦਨ ਸੋ ਉਡਗਨ ਰਾਜ। ਰਦਨ ਕੁੰਦ ਕਰੁਣਾ ਸਦਨ, ਸੋਹਣੇ ਦੰਦਾਂ ਵਾਲੇ, ਉਸ ਕਰੁਣਾ ਭਰੇ ਮੁਖ ਵਿੱਚ ਬਦਨ ਸੋ ਉਡਗਨ ਰਾਜ। ਕਵੀ ਜੀ ਇੱਥੇ ਲਿਖਦੇ ਨੇ ਕਿ ਸਤਿਗੁਰੂ ਜੀ ਦਾ ਮੁਖੜਾ ਇਵੇਂ ਹੈ ਜਿਵੇਂ ਚੰਦਰਮਾ ਹੁੰਦਾ ਹੈ। ਹੁਣ ਆਪਾਂ ਵੇਖਿਆ ਕਿ ਚੰਦਰਮਾ ਦੀ ਜਿਹੜੀ ਚਾਨਣੀ ਹੈ, ਉਹਦੀ ਸ਼ੀਤਲਤਾ, ਉਹਦੀ ਮਠਾਸ, ਉਹਦੀ ਚਾਨਣੀ ਸਾਰਿਆਂ ਨੂੰ ਸੁਖ ਦਿੰਦੀ ਹੈ ਭਾਈ। ਹਾਂਜੀ। ਆਨ ਸਦਨ ਮਹਿ ਪ੍ਰਭੂ ਬਿਰਾਜੇ, ਜਹ ਕੀ ਕਰਨਾ ਯਮ ਦੁਖ ਭਾਗੇ। ਸਤਿਗੁਰੂ ਜੀ ਘਰ ਆਏ
ਸਤਿਗੁਰੂ ਆ ਕੇ ਘਰ ਭਾਈ ਲਾਲੋ ਦੇ ਸੁਸ਼ੋਭਿਤ ਹੋ ਗਏ। ਇਹ ਉਹ ਸਤਿਗੁਰੂ ਜੀ ਨੇ, ਜੇ ਇਹਨਾਂ ਦੀ ਕਿਰਪਾ ਹੋ ਜਾਏ ਤੇ ਜੰਮ ਵੀ ਭੱਜ ਜਾਂਦੇ ਨੇ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ, ਫਿਰ ਜਮਦੂਤ ਨੇੜੇ ਨਹੀਂ ਰਹਿੰਦੇ। ਗੁਰੂ ਦਾ ਤੇਜ ਪ੍ਰਤਾਪ, ਗੁਰੂ ਦੀ ਦਇਆ ਮਾਇਆ ਇਤਨੀ ਹੈ। ਹਾਂਜੀ, ਪੁਰ ਮੈਂ ਬਿਸਤਰਿਓ ਬਿਰਤਾਂਤਾ, ਮਿਲ ਮਿਲ ਕਰੇ ਪਰਸਪਰ ਬਾਤਾ। ਪੁਰ ਮੈਂ ਬਿਸਤਰਿਓ ਬਿਰਤਾਂਤਾ, ਜੇ ਮਿਲ ਮਿਲ ਕਰੇ ਪਰਸਪਰ ਬਾਤਾਂ। ਪੂਰੀ ਨਗਰੀ ਦੇ ਅੰਦਰ ਸਤਿਗੁਰੂ ਜੀ ਦਾ ਜਸ ਫੈਲਿਆ ਔਰ ਲੋਕ ਆਪਸ ਦੇ ਵਿੱਚ ਗੱਲਾਂ ਕਰਦੇ ਨੇ, ਚਰਚਾ ਹੁੰਦੀ ਹੈ। ਵੇਖੋ, ਇਹ ਗੱਲ ਸਾਨੂੰ ਸਮਝਣ ਦੀ ਲੋੜ ਹੈ। ਅਮੂਮਨ ਅਸੀਂ ਵੇਖਦੇ ਹਾਂ ਕਿ ਕੋਈ ਵੀ ਗੱਲ ਕਦੇ ਗੁੱਝੀ ਛੰਨੀ ਨਹੀਂ ਰਹਿੰਦੀ, ਛੁਪੀ ਨਹੀਂ ਰਹਿੰਦੀ। ਗੱਲ ਚੰਗੀ ਹੋਵੇ ਮਾੜੀ ਹੋਵੇ, ਉਹ ਟਰੈਵਲ ਕਰਦੀ ਹੈ। ਕਿਉਂਕਿ ਬੰਦੇ ਦੀ ਇੱਕ ਆਪਣੀ ਫਿਤਰਤ ਹੈ। ਇਹ ਆਪ ਹੀ ਟੀਵੀ ਦਾ, ਆਪ ਹੀ ਰੇਡੀਓ ਦਾ, ਆਪ ਹੀ ਅਖਬਾਰਾਂ ਦਾ ਇਹ ਕੰਮ ਆਪ ਹੀ ਕਰੀ ਜਾਂਦਾ ਹੈ। ਕਈ ਬੰਦੇ ਤੁਹਾਨੂੰ ਤੁਰਦੀ ਫਿਰਦੀ ਅਖਬਾਰ ਹੀ ਨਜ਼ਰ ਆਉਣਗੇ। ਲੋਕ ਪੁੱਛਦੇ ਨੇ, ਸੁਣਾ ਮਕਾ ਸਿਆ ਅੱਜ ਦੀ ਕੋਈ ਖਬਰ, ਕਿਉਂਕਿ ਉਹਨਾਂ ਨੂੰ ਕੋਈ ਹੋਰ ਬਿਜ਼ਨਸ ਰੱਬ ਨੇ ਦਿੱਤਾ ਹੀ ਨਹੀਂ ਹੈ। ਇੱਥੋਂ ਗੱਲ ਚੁੱਕੀ ਉੱਥੇ ਛੱਡਤੀ, ਉੱਥੋਂ ਚੁੱਕੀ ਗਾਂਹ ਛੱਡਤੀ। ਜੇ ਇਉਂ ਵੀ ਕਹਿ ਲਈਏ ਵੀ ਕਈ ਬੰਦੇ ਤੇ ਗੱਲਾਂ ਦਾ ਹੀ ਖੱਟਿਆ ਖਾਂਦੇ ਨੇ। ਉਹਨਾਂ ਨੂੰ ਤਾਂ ਸਵੇਰੇ ਨਿਊਜ਼ ਚਾਹੀਦੀ ਹੁੰਦੀ ਹੈ। ਉਹ ਸਾਰਾ ਦਿਨ ਜਿੰਨਾ ਚਿਰ ਨਵੀਂ ਨਾ ਆਵੇ, ਟੀਵੀ ਵਾਲਿਆਂ ਵਾਂਗੂ ਉਹਨਾਂ ਨੇ ਪੁਰਾਣੀ ਫਲੈਸ਼ ਕਰੀ ਜਾਣੀ ਹੁੰਦੀ ਹੈ। ਜੋ ਕੁਝ ਮਲਕ ਭਾਗੋ ਦੇ ਘਰ ਵਿੱਚ ਹੋਇਆ, ਬੰਦੇ ਇਕੱਠੇ ਕਿੰਨੇ ਇਕੱਠੇ ਕੀਤੇ ਮਲਕ ਭਾਗੋ ਨੇ, ਨਹੀਂ ਤੇ ਹੋਣਾ ਕੀ ਸੀ? ਇੱਕ ਗੁਰੂ ਨਾਨਕ ਹੋਣੇ ਸੀ, ਇੱਕ ਮਲਕ ਭਾਗੋ ਹੋਣਾ ਸੀ। ਇੱਕ ਪੰਡਤ ਹੁੰਦਾ, ਇੱਕ ਭਾਈ ਲਾਲੋ ਹੁੰਦਾ, ਦੋ ਚਾਰ ਰਸੋਈਏ ਹੁੰਦੇ। ਪੰਜਾਂ ਛਿਆਂ ਬੰਦਿਆਂ ਦੇ ਵਿੱਚ ਹੋਈ ਬੀਤੀ ਗੱਲ ਕਦੇ ਬਾਹਰ ਜਾਣੀ ਨਹੀਂ ਸੀ। ਪਰ ਗੱਲ ਤੇ ਮਲਕ ਭਾਗੋ ਦੀ ਕਰਤੂਤ ਨੇ ਆਪ ਪ੍ਰਗਟ ਕਰ ਲਈ। ਉਹ ਦੰਨ ਦਨਾਉਂਦੇ ਬੰਦੇ ਜਦੋਂ ਉਹਦੇ ਸ਼ਹਿਰੋਂ ਫੜਨ ਗਏ ਤੇ ਰੌਲਾ ਪੈ ਗਿਆ। ਹੁਣ ਸਾਰੇ ਲੋਕ ਆਪਸ ਦੇ ਵਿੱਚ ਚਰਚਾ ਕਰਦੇ ਨੇ। ਮਲਕ ਭਇਓ ਲੱਜਤ ਮਨ ਮਾਨੀ, ਗਿਰਾ ਨ ਸਨਮੁਖ ਕਛੂ ਬਖਾਨੀ। ਪੁਰ ਮੈਂ ਬਿਸਤਰਿਓ ਬਿਰਤਾਂਤ, ਮਿਲ ਮਿਲ ਕਰੇ ਪਰਸਪਰ ਬਾਤ। ਮਲਕ ਭਇਓ ਲੱਜਤ ਮਨ ਮਾਨੀ। ਅਸਲ ਵਿੱਚ ਮਲਕ ਦੀ ਬੇਇੱਜ਼ਤੀ ਬਹੁਤ ਹੋਈ, ਇੱਜ਼ਤ ਬਹੁਤ ਚਲੀ ਗਈ, ਸਮਾਜ ਦੇ ਵਿੱਚ ਨੰਗਾ ਹੋ ਗਿਆ। ਗਿਰਾ ਨ ਸਨਮੁਖ ਕਛੂ ਬਖਾਨੀ। ਪਰ ਮੂਰਖ ਕਿੱਡਾ ਨਿਕਲਿਆ ਕਿ ਇੰਨੇ ਬੰਦਿਆਂ ਦੇ ਵਿੱਚ ਜੇ ਤੂੰ ਨਸ਼ਰ ਹੋ ਗਿਆ ਕਿ ਤੇਰੀ ਗਲਤੀ ਹੈ ਤਾਂ ਤੈਨੂੰ ਮਾਫੀ ਮੰਗ ਲੈਣੀ ਚਾਹੀਦੀ ਵੀ ਮਾਫ ਕਰ ਦਿਓ ਜੀ। ਜੇ ਮਾਫੀ ਮੰਗ ਲੈਂਦਾ, ਇਹ ਚੇਤਾ ਰੱਖਣਾ, ਨਿਵੇਂ ਸੌ ਗੌਰਾ ਹੋਏ, ਨਿਵੇਂ ਸੌ ਗੌਰਾ ਹੋਏ। ਤਕੜੀ ਦਾ ਇਹੀ ਤੋਲ ਹੈ, ਤਕੜੀ ਦੀ ਮਰਿਆਦਾ ਇਹ ਹੈ, ਤਕੜੀ ਦਾ ਢੰਗ ਇਹ ਹੈ। ਜਦੋਂ ਦੁਕਾਨਦਾਰ ਤਕੜੀ ਦੀ ਬੋਦੀ ਕੁੰਡੀ ਆਪਣੇ ਹੱਥ ਵਿੱਚ ਫੜਦਾ ਤੇ ਸਾਡੇ ਸਾਹਮਣੇ ਉਹਦੇ ਦੋ ਪਲੜੇ ਹੁੰਦੇ ਨੇ। ਜਿਹੜਾ ਪਲੜਾ ਉੱਚਾ ਹੋ ਜਾਏ ਆਪਾਂ ਕੀ ਕਹਿੰਦੇ ਆ, ਇਹ ਹੌਲਾ ਹੈ। ਜਿਹੜਾ ਪਲੜਾ ਨੀਵਾਂ ਚਲਾ ਜਾਏ ਆਪਾਂ ਕੀ ਕਹਿੰਦੇ ਆ, ਇਹ ਭਾਰਾ ਹੈ। ਦੁਨੀਆ ਦੇ ਵਿੱਚ ਵੀ ਨਿਵੇਂ ਸੋ ਗੌਰਾ ਹੋਏ। ਜਿਹੜਾ ਨਿਉ ਗਿਆ ਉਹ ਭਾਰਾ ਹੋ ਗਿਆ। ਹੁਣ ਨਿਵਣ ਵਾਸਤੇ ਖਿਮਾ ਵੀ ਮੰਗਣੀ ਪੈ ਸਕਦੀ ਹੈ, ਨਿਵਣ ਵਾਸਤੇ ਹੱਥ ਵੀ ਜੋੜਨੇ ਪੈ ਸਕਦੇ ਨੇ, ਨਿਵਣ ਦੇ ਵਾਸਤੇ ਡੰਡੌਤ ਵੀ ਕਰਨੀ ਪੈ ਸਕਦੀ ਹੈ। ਕਦੇ ਵੀ ਆਦਮੀ ਨਿਉ ਕੇ ਛੋਟਾ ਨਹੀਂ ਹੁੰਦਾ, ਇਹ ਜ਼ਰੂਰ ਚੇਤਾ ਰੱਖਣਾ। ਅਗਰ ਮਲਕ ਭਾਗੋ ਮਾਫੀ ਮੰਗ ਲੈਂਦਾ ਉਹਦਾ ਭਲਾ ਹੋ ਜਾਣਾ ਸੀ। ਹਾਂਜੀ, ਜੋ ਨਰ ਹੋ ਤੋ ਚਤੁਰ ਮਤ ਮਾਨਾ,
मानी महिमा मने महाना। ਜੋ ਨਰ ਹੋਤੇ ਚਤੁਰ ਮਤਵਾਨਾ ਮਾਨੀ ਮਹਿਮਾ ਮਨੇ ਮਹਾਨਾ। ਪਰ ਜਿਹੜੇ ਸਿਆਣੇ ਸੀ, ਵੇਖੋ ਹੁਣ ਇੱਥੇ ਚਤਰ ਦੇ ਅਰਥ ਚੁਸਤ ਵੀ ਹੈ, ਚਲਾਕ ਵੀ ਹੈ। ਚਤਰ ਦੇ ਇੱਕ ਅਰਥ ਅਸੀਂ ਸ਼ੈਤਾਨ ਵੀ ਕਰ ਦਿੰਦੇ ਆ, ਪਰ ਚਤਰ ਦੇ ਅਰਥ ਸਿਆਣਾ ਵੀ ਹੈ। ਅਤ ਸੁੰਦਰ ਕੁਲੀਨ ਚਤਰ, ਇੱਥੇ ਚਤਰ ਦਾ ਅਰਥ ਸਿਆਣਾ ਹੈ, ਸ਼ੈਤਾਨ ਨਹੀਂ ਹੈ। ਇਸ ਐਮਨਾਬਾਦ ਦੀ ਨਗਰੀ ਦੇ ਵਿੱਚ ਕੁਝ ਲੋਕ ਸਿਆਣੇ ਨੇ। ਜੋ ਨਰ ਹੋਤੇ ਚਤੁਰ ਮਤਵਾਨਾ ਮਾਨੀ ਮਹਿਮਾ ਮਨੇ ਮਹਾਨਾ। ਜਿਹੜੇ ਸਿਆਣੇ ਲੋਕ ਸੀ ਉਹਨਾਂ ਦੇ ਤਾਂ ਹੱਥ ਜੁੜ ਗਏ, ਉਹਨਾਂ ਦਾ ਸਿਰ ਨਿਮ ਗਿਆ ਕਿ ਭਾਈ ਲਾਲੋ ਦੇ ਘਰ ਵਿੱਚ ਇਹ ਆਇਆ ਫਕੀਰ, ਇਹ ਇੰਨੀ ਅਜ਼ਮਤ ਵਾਲਾ ਹੈ, ਏਡੀ ਵੱਡੀ ਕਰਾਮਾਤ ਵਾਲਾ ਹੈ, ਇਹ ਇੰਨੀਆਂ ਵੱਡੀਆਂ ਵਡਿਆਈਆਂ ਦਾ ਮਾਲਕ ਹੈ ਕਿ ਇਹਨੇ ਉਹਦੇ ਬ੍ਰਹਮ ਭੋਜ ਦੇ ਵਿੱਚੋਂ ਖੂਨ ਕੱਢ ਕੇ ਵਿਖਾ ਦਿੱਤਾ। ਦੇਖੋ ਇੰਨਾ ਕੁਝ ਨਸ਼ਰ ਕਰ ਦੇਣਾ ਸੌਖਾ ਨਹੀਂ ਹੈ। ਕਿੰਨੀ ਕੁ ਸ਼ਕਤੀ ਹੋਏਗੀ ਕਿ ਕਿਸੇ ਦੇ ਰੋਟੀ ਪਾਣੀ ਦੇ ਵਿੱਚੋਂ ਉਹਦੇ ਜੀਵਨ ਦੀ ਕਰਮ ਕਰਤੂਤ ਨੂੰ ਪ੍ਰਗਟ ਕਰ ਦੇਣਾ। ਜਿਹੜੇ ਸਿਆਣੇ ਲੋਕ ਸੀ ਉਹ ਤਾਂ ਨਿਮ ਗਏ, ਉਹਨਾਂ ਨੇ ਸਤਿਗੁਰੂ ਜੀ ਦੀ ਮਹਿਮਾ ਨੂੰ ਮੰਨ ਲਿਆ। ਉਹਨਾਂ ਮੰਨ ਲਿਆ ਵੀ ਇਹ ਤਾਂ ਬਹੁਤ ਵੱਡਾ ਪੀਰ ਫਕੀਰ ਹੈ ਕੋਈ। ਹਾਂਜੀ, जेठा मिले करें पद बंदन, जिस दर्शन त्रैताप निकंदन। ਜੇਠਾ ਮਿਲੇ ਕਰੇ ਪਦ ਬੰਦਨ। ਉਸ ਦਿਨ ਤੋਂ ਬਾਅਦ ਜਿਹੜੇ ਸਿਆਣੇ ਲੋਕ ਸੀ ਐਮਨਾਬਾਦ ਦੇ, ਉਹ ਜਦੋਂ ਵੀ ਗੁਰੂ ਨਾਨਕ ਸਾਹਿਬ ਨੂੰ ਮਿਲੇ, ਜਿੱਥੇ ਵੀ ਮਿਲੇ ਉਹਨਾਂ ਨੇ ਮੱਥਾ ਟੇਕਿਆ, ਉਹਨਾਂ ਨੇ ਹੱਥ ਵੀ ਜੋੜੇ, ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਨਮਸਕਾਰ ਵੀ ਕੀਤੀ। ਹਾਂਜੀ, लखियो सो कलावान एह कोई, निंदा या की बहु दुख देई। ਉਹਨਾਂ ਨੂੰ ਸਮਝ ਆ ਗਈ ਇਹ ਕਲਾਵਾਨ ਪੁਰਖ ਹੈ, ਜੇ ਅਸੀਂ ਇਹਦੀ ਨਿੰਦਿਆ ਕਰਾਂਗੇ ਤੇ ਸਾਨੂੰ ਦੁੱਖ ਹੋਏਗਾ। ਇਹ ਜ਼ਰੂਰ ਚੇਤਾ ਰੱਖਣਾ ਕਿ ਕਦੇ ਵੀ ਕਿਸੇ ਰੱਬ ਦੇ ਪਿਆਰੇ ਦੀ, ਰੱਬ ਦੇ ਨਾਲ ਪੁੱਗੇ ਹੋਏ ਦੀ ਕਦੇ ਨਿੰਦਿਆ ਨਹੀਂ ਕਰਨੀ ਚਾਹੀਦੀ। ਹੁਣ ਇਹ ਸ਼ਬਦ ਗੁਰਬਾਣੀ 'ਚ ਦਰਜ ਹੈ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਹੁਣ ਇੱਥੇ ਅਰਥ ਕੀ ਹੈ? ਜਿਹੜਾ ਸੱਚਮੁੱਚ ਹੀ ਸੰਤ ਹੈ, ਜਿਹਦੀ ਕਰਨੀ ਬਹੁਤ ਉੱਚੀ ਹੈ, ਜਿਹਦਾ ਜੀਵਨ ਬਹੁਤ ਸੁੱਚਾ ਹੈ, ਜਿਹਦੀ ਭਗਤੀ ਸਾਸ ਗਰਾਸ ਹੈ, ਉਹਦੀ ਨਿੰਦਿਆ ਕਰੋਗੇ ਤੇ ਪਾਪ ਲੱਗੇਗਾ। ਹੁਣ ਇਹੀ ਸ਼ਬਦ ਫਿਰ ਸੁਣ ਲੈਣਾ, ਗੱਜ ਸਾਡੇ ਤੈ ਤੈ ਧੋਤੀਆਂ ਤਿਹਰੇ ਪਾਇਨ ਤੱਗ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਬੱਗ। ਓਏ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ। ਜੇ ਪਖੰਡੀ ਹੈ ਤੇ ਸਤਿਗੁਰੂ ਦੀ ਬਾਣੀ ਖੁਦ ਕਹਿੰਦੀ ਹੈ ਤੇ ਠੱਗ ਹੈ। ਜੇ ਕੋਈ ਸੰਤ ਪੂਰਾ ਹੈ ਤੇ ਗੁਰਬਾਣੀ ਕਹਿੰਦੀ ਭਾਈ ਉਹਦੀ ਨਿੰਦਿਆ ਨਾ ਕਰਿਓ। ਉਹਦੀ ਨਿੰਦਿਆ ਦੇ ਨਾਲ ਤੁਹਾਨੂੰ ਬਾਰ-ਬਾਰ ਜੰਮਣਾ ਤੇ ਮਰਨਾ ਪਵੇਗਾ, ਜਨਮਾਂ ਦੇ ਗੇੜ ਭੋਗਣੇ ਪੈਣਗੇ। ਉਹ ਲੋਕ ਜਿਹੜੇ ਨੇ ਲਖਿਓ ਸੋ ਕਲਾਵਾਨ ਇਹ ਕਈ, ਨਿੰਦਾ ਜਾਂ ਕੀ ਬਹੁਤ ਦੁੱਖ ਦੇ। ਉਹਨਾਂ ਨੇ ਉਸ ਤੋਂ ਬਾਅਦ ਕਦੇ ਗੁਰੂ ਨਾਨਕ ਦੀ ਨਿੰਦਿਆ ਨਹੀਂ ਕੀਤੀ। ਉਹ ਮੰਨਦੇ ਸੀ ਕਿ ਗੁਰੂ ਨਾਨਕ ਦੇ ਵਿੱਚ ਕਲਾ ਨੇ, ਸ਼ਕਤੀਆਂ ਨੇ, ਗੁਰੂ ਨਾਨਕ ਮਹਾਰਾਜ ਦੇ ਵਿੱਚ ਕਰਾਮਾਤਾਂ ਨੇ। ਹਾਂਜੀ, संत लोक शुभ मतो निराला, जेह मैं अजमत अजित विशाला। ਸੰਤ ਲੋਕ ਸ਼ੁਭ ਮਤੋ ਨਿਰਾਲਾ। ਉਹ ਜਾਣਦੇ ਸਨ ਇਹ ਕੋਈ ਸੰਤ ਹੈ, ਇਹ ਕੋਈ ਸ਼ੁਭ ਮਤ ਵਾਲਾ ਹੈ, ਤੇ ਇਸੇ ਕਰਕੇ ਵੱਖਰਾ ਹੈ। ਔਰ ਇਹ ਗੁਰਬਾਣੀ 'ਚ ਲਿਖਿਆ ਹੈ, ਸੰਤ ਸਮੂਹ ਅਨੇਕ ਮਤੀ ਕੇ। ਇਹ ਜ਼ਰੂਰੀ ਨਹੀਂ ਕਿ ਜੇ ਮੈਂ ਨੀਲੀ ਸਿੱਧੀ ਪੱਗ ਬੱਧੀ ਹੈ
ਤੇ ਹਰ ਸੰਤ ਇਹਨਾਂ ਕੱਪੜਿਆਂ ਵਿੱਚ ਹੀ ਹੋਏਗਾ, ਨਹੀਂ, ਜ਼ਰੂਰੀ ਨਹੀਂ ਹੈ। ਸੰਤਾਂ ਦੇ ਕਈ ਰੂਪ ਨੇ। ਸਾਡੇ ਵਿੱਚ ਭਗਤ ਪੂਰਨ ਸਿੰਘ ਵੀ ਸੰਤ ਹੈ, ਈਸਾਈਆਂ ਦੇ ਵਿੱਚ ਮਦਰ ਟਰੇਜ਼ਾ ਸੰਤ ਹੈ, ਮੁਸਲਮਾਨਾਂ ਦੇ ਵਿੱਚ ਇਹ ਤਿੰਨੋਂ ਸਮਕਾਲੀ ਹੋਏ ਨੇ ਆਪਸ ਵਿੱਚ। ਇੱਕ ਮੁਸਲਮਾਨ ਹੋਏ ਨੇ, ਸ਼ਾਇਦ ਮੈਨੂੰ ਬੋਲਦਿਆਂ ਬੋਲਦਿਆਂ ਉਹਨਾਂ ਦਾ ਨਾਂ ਚੇਤਾ ਆ ਜਾਏ। ਜਿਵੇਂ ਭਗਤ ਪੂਰਨ ਸਿੰਘ ਨੇ ਗਰੀਬ ਤੇ ਲੂਲੇ ਲੰਗੜੇ ਬੱਚੇ ਅਪਾਹਜ ਚੁੱਕੇ ਤੇ ਪਿੰਗਲਵਾੜਾ ਬਣਾ ਕੇ ਉਹਨਾਂ ਦੀ ਸੰਭਾਲ ਕੀਤੀ, ਈਸਾਈਆਂ ਦੇ ਵਿੱਚ ਮਦਰ ਟਰੇਜ਼ਾ ਨੇ ਕੀਤੀ, ਤੇ ਮੁਸਲਮਾਨਾਂ ਦੇ ਵਿੱਚ ਜਿਹੜੇ ਸਨ, ਤੁਸੀਂ ਹੈਰਾਨ ਹੋਵੋਗੇ, ਉਸ ਵਿਅਕਤੀ ਨੇ ਆਪਣੀਆਂ 에ਅਰ ਐਂਬੂਲੈਂਸ ਰੱਖੀਆਂ ਹੋਈਆਂ ਸੀ। ਪਾਕਿਸਤਾਨ ਦੇ ਵਿੱਚ ਵੱਡੇ ਵੱਡੇ ਉਹਦੇ ਹਸਪੀਟਲ ਸੀ। ਕੋਈ ਆਦਮੀ ਉਹਨਾਂ ਨੂੰ ਮਿਲਣ ਗਿਆ ਤੇ ਉਹ ਬਾਹਰ ਆਪਣੇ ਦਫ਼ਤਰ ਦੇ ਬਾਹਰ, ਜਿਹੜਾ ਲੱਕੜ ਦਾ ਬੈਂਚ ਨਹੀਂ ਹੁੰਦਾ, ਜਿਵੇਂ ਉਹ ਪਾਰਕਾਂ ਵਿੱਚ ਅੱਜ ਕੱਲ੍ਹ ਪੱਥਰ ਦੇ ਬਣੇ ਹੁੰਦੇ ਨੇ, ਕਈ ਜਗ੍ਹਾ ਲੱਕੜ ਦੇ ਅੱਜ ਵੀ ਬਣੇ ਹੁੰਦੇ ਨੇ ਸਟੇਸ਼ਨਾਂ 'ਤੇ, ਇਹੋ ਜਿਹੇ ਬੈਂਚ ਦੇ ਉੱਪਰ ਬੈਠਾ ਹੋਇਆ ਆਦਮੀ ਦਫ਼ਤਰ ਦੇ ਅੰਦਰ ਗਿਆ। ਉਹਨੇ ਸੋਚਿਆ ਵੀ ਬੜਾ ਵੱਡਾ ਆਦਮੀ ਹੈ, ਇੰਨੀ ਚੈਰਿਟੀ ਕੀਤੀ ਉਹਨੇ, ਇਹਨਾਂ ਲੋਕਾਂ ਨੇ ਉਹਨੂੰ ਅਰਬਾਂ ਖਰਬਾਂ ਦਾਨ ਦਿੱਤਾ ਹੈ, ਤੇ ਜ਼ਰੂਰ ਕਿਸੇ ਚੰਗੇ ਦਫ਼ਤਰ ਦੇ ਵਿੱਚ ਬੈਠਾ ਹੋਏਗਾ। ਉਹਦਾ ਸਾਰਾ ਸਟਾਫ ਚੰਗੀ ਥਾਂ 'ਤੇ ਬੈਠਾ ਸੀ, ਕਿਉਂਕਿ ਜਿਨ੍ਹਾਂ ਬੰਦਿਆਂ ਨੇ ਕੰਮ ਕਰਨਾ ਉਹਨਾਂ ਨੂੰ ਕੰਪਿਊਟਰ ਵੀ ਚਾਹੀਦੇ ਨੇ, ਕੰਪਿਊਟਰ ਦੀ ਵਰਕਿੰਗ ਵਾਸਤੇ ਏਸੀ ਵੀ ਚਾਹੀਦੇ ਨੇ। ਜੇ ਉਹਨਾਂ ਲੋਕਾਂ ਕੋਲ ਆ ਕੇ ਕਿਸੇ ਨੇ ਆਪਣੇ ਪੇਸ਼ੈਂਟ ਦੇ ਬਾਰੇ ਜਾਂ ਕੁਝ ਆਪਣੇ ਗਰੀਬ ਦੇ ਜਾਂ ਕੋਈ ਗੱਲ ਕਰਨੀ ਹੈ, ਤੇ ਉਹਦੇ ਲਈ ਫਾਈਲਾਂ, ਪੇਪਰ ਵਰਕ, ਉਹ ਸਾਰਾ ਆਫਿਸ ਚਾਹੀਦਾ ਹੈ। ਉਹਨੇ ਆਫਿਸ ਬਣਾਇਆ ਹੈ, ਪਰ ਆਪਣਾ ਨਹੀਂ ਬਣਾਇਆ, ਆਪ ਉਹ ਬਾਹਰ ਬੈਂਚ 'ਤੇ ਬੈਠਾ ਹੈ। ਤੇ ਜਦੋਂ ਉਸ ਬੰਦੇ ਨੇ ਵੇਖਿਆ, ਉਹ ਹੈਰਾਨ ਹੋ ਗਿਆ। ਕਹਿੰਦਾ ਏਡੇ ਵੱਡੇ ਸਾਮਰਾਜ ਦਾ ਮਾਲਕ ਇੱਥੇ ਬੈਠਾ ਹੈ। ਕਹਿੰਦਾ ਜੀ ਤੁਹਾਡਾ ਦਫ਼ਤਰ? ਕਹਿੰਦਾ ਮੇਰਾ ਤਾਂ ਇੱਥੇ ਹੀ ਹੈ, ਇੱਥੇ ਆ ਕੇ ਸਵੇਰੇ ਬਹਿਣਾ, ਇੱਥੇ ਉੱਠ ਜਾਣਾ। ਹਰ ਬੰਦੇ ਦੇ ਸੇਵਾ ਕਰਨ ਦਾ ਢੰਗ ਵੱਖਰਾ ਹੈ। ਇਸੇ ਤਰ੍ਹਾਂ ਜਿਹੜੇ ਰੱਬ ਦੇ ਭਗਤ ਨੇ, ਸਭ ਵੱਖਰੇ ਵੱਖਰੇ ਹੋਏ ਨੇ। ਸਭ ਧਰਮਾਂ ਦੇ ਵਿੱਚ ਸੰਤ ਹੈਗੇ ਨੇ, ਹੋਏ ਨੇ। ਚੰਗੇ ਬੰਦਿਆਂ ਦਾ ਘਾਟਾ ਨਹੀਂ, ਜਿਵੇਂ ਮਾੜਿਆਂ ਦਾ ਘਾਟਾ ਨਹੀਂ ਨਾ ਹੈਗਾ। ਮਾੜੇ ਮੁਸਲਮਾਨਾਂ 'ਚ ਵੀ ਬੜੇ ਨੇ, ਹਿੰਦੂਆਂ 'ਚ ਵੀ ਬੜੇ ਨੇ, ਸਾਡੇ 'ਚ ਵੀ ਬੜੇ ਨੇ, ਈਸਾਈਆਂ 'ਚ ਵੀ ਬੜੇ ਬੜੇ ਮਾੜੇ ਲੋਕ ਬੈਠੇ ਨੇ। ਪਰ ਜੇ ਚੰਗੇ ਲੱਭਣ ਜਾਓਗੇ ਤਾਂ ਚੰਗੀ ਦੁਨੀਆ ਵੀ ਬੜੀ ਬੈਠੀ ਹੈ ਭਾਈ। ਐਮਨਾਬਾਦ ਦੇ ਲੋਕ ਹੁਣ ਇਹ ਮੰਨਦੇ ਨੇ, ਉਹਨਾਂ ਦੇ ਵਾਸਤੇ ਗੁਰੂ ਨਾਨਕ ਕੌਣ ਹੈ? ਇੱਕ ਅਜਨਬੀ ਹੈ। ਵੇਖੋ ਅੱਜ ਆਪਾਂ ਪਛਾਣ ਲਵਾਂਗੇ, ਇਹ ਬੰਦਾ ਜਾਪਾਨ ਦਾ ਹੈ, ਇਹ ਬੰਦਾ ਚੀਨ ਦਾ ਹੈ, ਇਹ ਬੰਦਾ ਨੇਪਾਲ ਦਾ ਹੈ। ਅੱਜ ਤੋਂ 100 ਸਾਲ ਪਹਿਲਾਂ ਪਛਾਣਨਾ ਸੌਖਾ ਸੀ, ਕੋਈ ਹੈ ਹੀ ਨਹੀਂ ਸੀ, ਕਮਿਊਨੀਕੇਸ਼ਨ ਹੀ ਕੋਈ ਨਹੀਂ ਸੀ। ਤੇ ਜੇ ਆਪਾਂ ਇਸ ਤੋਂ 500 ਸਾਲ ਪਿੱਛੇ ਚਲੇ ਜਾਈਏ ਤੇ ਉਦੋਂ ਬਿਲਕੁਲ ਦੁਨੀਆ ਟਰੈਵਲ ਨਹੀਂ ਸੀ ਕਰਦੀ, ਕੋਈ ਟਰੈਵਲਿੰਗ ਸਿਸਟਮ ਹੈ ਹੀ ਨਹੀਂ ਸੀਗਾ। ਰਸਤੇ ਵਿੱਚ ਨਦੀਆਂ, ਦਰਿਆ, ਪਹਾੜ, ਕੋਈ ਫਲਾਈਓਵਰ ਨਹੀਂ ਸੀ ਹੁੰਦਾ, ਕੋਈ ਰੋਡ ਨਹੀਂ ਸੀ ਹੁੰਦੇ, ਕੋਈ ਆਉਣ ਜਾਣ ਦੇ ਸਾਧਨ ਨਹੀਂ ਸੀ ਹੁੰਦੇ। ਹਾਲਾਤ ਇਹ ਸੀ ਕਿ ਬੰਦੇ ਜਦੋਂ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਸੀ, ਇਹ ਜਿਹੜਾ ਸੀ ਆਫ ਕਰਨ ਦੀ ਕਲਚਰ ਉੱਥੋਂ ਸ਼ੁਰੂ ਹੋਇਆ ਹੈ। ਪੂਰੀ ਬਰਾਦਰੀ ਇਕੱਠੀ ਹੋ ਕੇ ਬੰਦੇ ਨੂੰ ਤੋਰਦੀ ਸੀ। ਕਿਉਂ? ਕੀ ਪਤਾ ਨੇ ਮੁੜ ਕੇ ਆਉਣਾ ਕਿ ਨਹੀਂ ਆਉਣਾ। ਰਾਤ ਕੱਟੇਗਾ, ਹੋ ਸਕਦਾ ਕੋਈ ਕੀੜਾ ਲੜੇ ਤੇ ਮਰ ਜਾਏ। ਇਹ ਕਿਤੇ ਉਹ ਜੰਗਲ 'ਚੋਂ ਲੰਘੇਗਾ, ਹੋ ਸਕਦਾ ਕੋਈ ਜਾਨਵਰ ਹੀ ਖੂੰਖਾਰ ਪਾੜ ਕੇ ਖਾ ਜਾਏ ਇਸ ਨੂੰ। ਇਹ ਇਕੱਲਾ ਸਫ਼ਰ ਕਰੇਗਾ, ਹੋ ਸਕਦਾ ਕੋਈ ਧਾੜਵੀ, ਕੋਈ ਡਾਕੂ, ਬਦਮਾਸ਼, ਕੋਈ ਚੋਰ, ਕੋਈ ਇਹਨੂੰ ਵੱਢ ਟੋਕੇ ਸੁੱਟ ਦੇਵੇ ਇਹਦਾ ਸਮਾਨ ਖੋਹਣ ਵਾਸਤੇ। ਪਤਾ ਹੀ ਨਹੀਂ ਸੀ ਹੁੰਦਾ ਬੰਦਾ ਮੁੜ ਕੇ ਆਏਗਾ ਕਿ ਨਹੀਂ ਆਏਗਾ। ਇਸ ਗੱਲ ਦੀ ਗਰੰਟੀ ਨਹੀਂ ਸੀ ਹੁੰਦੀ। ਇਸੇ ਕਰਕੇ ਉਦੋਂ ਲੋਕ ਸੀ ਆਫ ਕਰਦੇ ਸੀ। ਹੁਣ ਤੇ ਐਵੇਂ ਅਡੰਬਰ ਬਣੇ, ਲੋੜ ਹੀ ਨਹੀਂ ਹੈਗੀ।
ਹੁਣ ਤਾਂ ਸੱਚ ਇਹ ਹੈ ਕਿ ਤੁਹਾਨੂੰ ਹਰ ਵਕਤ ਤੁਸੀਂ ਪਤਾ ਕਰ ਸਕਦੇ ਬਈ ਤੂੰ ਕਿੱਥੇ ਹੈ, ਉਹ ਵੀ ਦੱਸ ਸਕਦਾ ਮੈਂ ਕਿੱਥੇ ਹਾਂ। ਤੁਹਾਡੀਆਂ ਗੱਡੀਆਂ ਤੁਹਾਨੂੰ ਦੱਸੀ ਜਾਂਦੀਆਂ ਨੇ। ਮੈਂ ਇੱਥੋਂ ਨਾ ਸਾਹਮਣੇ ਉਹ ਸਰਦਾਰਾਂ ਦਾ ਹੀ ਟੈਕਸੀ ਸਟੈਂਡ ਹੈ, ਮੈਂ ਕਿਸੇ ਆਪਣੇ ਹੀ ਬੱਚੇ ਨੂੰ ਮੈਂ ਗੱਡੀ ਲੈ ਕੇ ਦਿੱਤੀ ਕਿਰਾਏ 'ਤੇ। ਉਹ ਜਦੋਂ ਵਾਪਸ ਆਇਆ ਤਾਂ ਉਹ ਕਹਿੰਦਾ ਜੀ ਵੀ ਕਿਰਾਇਆ ਤੇ ਅੰਕਲ ਜੀ ਇਹ ਓਨਾ ਹੀ ਲੈ ਰਹੇ ਨੇ ਜਿੰਨਾ ਤੁਸੀਂ ਕਿਹਾ। ਮੈਂ 2-3 ਰੁਪਏ ਕਿਲੋਮੀਟਰ ਉਹਦਾ ਰੇਟ ਵੀ ਘਟਾਇਆ ਪਰ ਕਿਲੋਮੀਟਰ। ਪੰਜਾਬ ਗਈ ਗੱਡੀ, ਕਹਿੰਦਾ ਪਰ ਇਹ 4-5 ਹਜ਼ਾਰ ਰੁਪਈਆ ਹੋਰ ਬਣਾਈ ਬੈਠੇ ਨੇ। ਮੈਂ ਕਿਹਾ ਉਹ ਕਾਹਦਾ ਹੈ? ਕਹਿੰਦਾ ਓਵਰ ਸਪੀਡ। ਮੈਂ ਕਿਹਾ ਓਵਰ ਸਪੀਡ ਕਿ ਤੂੰ ਕੋਈ ਚਲਾਨ ਕਟਾਇਆ ਹੈ? ਕਹਿੰਦਾ ਨਹੀਂ। ਮੈਂ ਕਿਹਾ ਫੋਨ ਬੰਦ ਕਰ। ਮੈਂ ਉਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਜੀ ਓਵਰ ਸਪੀਡ ਦੇ ਕਾਹਦੇ ਪੈਸੇ? ਕਹਿੰਦਾ ਗਿਆਨੀ ਜੀ ਸਾਡੀ ਗੱਡੀ 'ਚ ਨੈਵੀਗੇਸ਼ਨ ਲੱਗਾ ਹੈ। ਮੈਂ ਕਿਹਾ ਫਿਰ? ਕਹਿੰਦਾ ਜਦੋਂ 120 ਤੋਂ ਉੱਪਰ ਜਾਂਦਾ ਸੀ ਉਦੋਂ ਹੀ ਸਾਡਾ ਬੰਦਾ ਫੋਨ ਕਰਦਾ ਸੀ ਇਹਨੂੰ ਵੀ ਕਾਕਾ ਗੱਡੀ ਹੌਲੀ ਚਲਾ। ਮੇਰੇ ਤਾਂ ਖਾਨਿਓ ਵੀ ਗਈ ਵੀ ਇੱਦਾਂ ਵੀ ਹੁੰਦਾ। ਤੁਸੀਂ ਗੱਡੀ ਕਿਰਾਏ 'ਤੇ ਲਈ ਹੈ, ਤੁਸੀਂ ਗੱਡੀ ਲੈ ਕੇ ਪੰਜਾਬ ਘੁੰਮ ਰਹੇ ਹੋ ਅਤੇ ਗੱਡੀ ਦਾ ਮਾਲਕ ਆਪਣੇ ਦਫ਼ਤਰ 'ਚੋਂ ਫੋਨ ਕਰ ਰਿਹਾ ਵੀ ਗੱਡੀ ਹੌਲੀ ਚਲਾ ਕਾਕਾ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿ ਤੁਹਾਨੂੰ ਕਿਵੇਂ ਪਤਾ? ਕਹਿੰਦਾ ਜੀ ਅਸੀਂ ਨੈਵੀਗੇਸ਼ਨ ਲਾਇਆ ਇਹਦੇ 'ਚ, ਇਹ ਜਿੱਥੇ ਰੁਕੇਗਾ ਸਾਡੇ ਕੋਲ ਰਿਪੋਰਟ ਹੈ, ਇਹ ਜਿੰਨੀ ਸਪੀਡ 'ਤੇ ਭਜਾਏਗਾ ਉਹ ਵੀ ਸਾਡੇ ਕੋਲ ਰਿਪੋਰਟ ਹੈ। ਵੇਖੋ ਅੱਜ ਹਾਲਾਤ ਇਹ ਨੇ, ਅੱਜ ਤੋਂ ਪਹਿਲਾਂ ਨਹੀਂ ਸੀ ਹੁੰਦੇ। ਸੱਚੇ ਪਾਤਸ਼ਾਹ ਮਹਾਰਾਜ ਸੰਤ ਲੋਕ ਸ਼ੁਭ ਮਤੋ ਨਿਰਾਲਾ ਜੇ ਮੈਂ ਅਜਮਤ ਅਜਿੱਤ ਬਸਾਲਾ। ਐਮਨਾਬਾਦ ਦੇ ਲੋਕ ਇਹ ਤੇ ਨਹੀਂ ਸੀ ਜਾਣਦੇ ਕਿ ਇੱਦਾਂ ਦੇ ਕੱਪੜਿਆਂ ਵਾਲਾ ਇਹ ਕੌਣ ਹੈ, ਕਿਉਂਕਿ ਸਾਡੇ ਬਜ਼ੁਰਗਾਂ ਨੇ ਇਹ ਗੱਲ ਮੰਨੀ ਹੈ ਔਰ ਇਹ ਗੱਲ ਅੱਜ ਵੀ ਸੱਚ ਹੈ ਕਿ 12 ਕੋਹ ਤੋਂ ਬਾਅਦ, ਵੇਖੋ ਕਿਲੋਮੀਟਰ ਤੋਂ ਮੀਲ ਵੱਡਾ, ਮੀਲ ਤੋਂ ਕੋਸ ਵੱਡੇ ਨੇ, ਤੇ 12 ਕੋਹ ਤੋਂ ਬਾਅਦ ਕਹਿੰਦੇ ਪਾਣੀ ਤੇ ਬਾਣੀ ਇਹ ਦੋ ਚੀਜ਼ਾਂ ਬਦਲ ਜਾਂਦੀਆਂ ਨੇ। ਜ਼ਮੀਨ ਦੇ ਪਾਣੀ ਦੀ ਤਸੀਰ ਬਦਲ ਜਾਂਦੀ ਹੈ ਤੇ ਸਾਡੇ ਬੋਲਣ ਦਾ, ਸ਼ਬਦਾਂ ਦਾ ਢੰਗ ਬਦਲ ਜਾਂਦਾ। ਅਗਰ ਤੁਸੀਂ ਜਾਣਦੇ ਹੋਵੋ ਤੇ ਤੁਸੀਂ ਬੋਲਣ ਤੋਂ ਪਛਾਣ ਲਓਗੇ ਬੰਦਾ ਵੀ ਇਹ ਹਿਮਾਚਲ ਤੋਂ ਹੈ, ਇਹ ਕਸ਼ਮੀਰ ਤੋਂ ਹੈ, ਇਹ ਪਟਿਆਲੇ ਦੇ ਕੋਲੋਂ ਹੈ, ਇਹ ਰੋਪੜ ਦੇ ਕੋਲੋਂ ਹੈ। ਪਟਿਆਲੇ ਵਾਲੇ ਤੀ ਕਰਕੇ ਬੋਲਣਗੇ, ਰੋਪੜ ਵਾਲੇ ਏਕਣ ਕਹਿ ਕੇ ਬੋਲਣਗੇ, ਅੰਮ੍ਰਿਤਸਰੀਏ ਭਾਊ ਕਹਿ ਕੇ ਬੋਲਣਗੇ। ਹੁਣ ਹੁਸ਼ਿਆਰਪੁਰ ਵਾਲੇ ਨੇ ਉਹ ਬੁੱਢੇ ਨੂੰ ਭਾਈਆ ਕਹਿੰਦੇ ਨੇ, ਅਸੀਂ ਬੁੱਢੇ ਨੂੰ ਬਾਪੂ ਕਹਿੰਦੇ ਆ, ਸਾਡੇ ਭਾਈਆ ਜੀਜੇ ਨੂੰ ਕਹਿੰਦੇ ਨੇ। ਹੁਸ਼ਿਆਰਪੁਰੀਏ ਬੱਸ ਵਿੱਚ ਖਲੋਤੇ ਕਹਿਣਗੇ ਭਾਈਆ ਅੱਗੇ ਹੋ ਜਾ, ਉਹ ਫਿਰ ਵੇਖਣਾ ਪੈਂਦਾ ਵੀ ਇਹ ਬੁੱਢੇ ਨੂੰ ਭਾਈਆ ਕਹੀ ਜਾਂਦੇ ਨੇ। ਐਮਨਾਬਾਦ ਦੇ ਲੋਕਾਂ ਨੂੰ ਸਮਝ ਆ ਗਈ ਕਿ ਇਹ ਨਾਨਕ ਕੋਈ ਸੰਤ ਹੈ। ਕੌਣ ਸੰਤ ਹੈ ਉਹਨਾਂ ਨੂੰ ਨਹੀਂ ਪਤਾ, ਪਰ ਮਲਕ ਭਾਗੋ ਦੇ ਘਰ ਉਹਨਾਂ ਨੇ ਕਰਾਮਾਤ ਵੇਖੀ ਹੈ। ਇਸ ਕਰਕੇ ਜਿਸ ਦਰਸ਼ਨ ਤ੍ਰੈ ਤਾਪ ਨਿਕੰਦਨ, ਇਹ ਉਹ ਗੁਰੂ ਸੀ ਜਿਹਦੇ ਦਰਸ਼ਨ ਕੀਤਿਆਂ ਤਿੰਨਾਂ ਤਾਪਾਂ ਦਾ ਨਾਸ਼ ਹੁੰਦਾ ਹੈ। ਇਸ ਕਰਕੇ ਸੰਤ ਲੋਕ ਸ਼ੁਭ ਮਤੋ ਨਿਰਾਲਾ ਜੈ ਮੈਂ ਅਜਮਤ ਅਜਿੱਤ ਬਸਾਲਾ। ਮੰਨ ਗਏ ਸਿਆਣੇ ਲੋਕ। ਇਹ ਗੁਰੂ ਨਾਨਕ ਦੇ ਵਿੱਚ ਉਹ ਕਰਾਮਾਤ ਹੈ ਜਿਹੜੀ ਜਿੱਤੀ ਨਹੀਂ ਜਾ ਸਕਦੀ, ਜਿਹੜੀ ਅਜਿੱਤ ਹੈ। ਇਹਦੇ ਤੋਂ ਵੱਡਾ ਦੁਨੀਆ 'ਚ ਕੋਈ ਨਹੀਂ ਹੋ ਸਕਦਾ। ਹਾਂਜੀ। ਜੇ ਮਤ ਮੰਦ ਮੂੜ ਅਗਿਆਨੀ ਤਿਨਹਿ ਨ ਮਹਿਮਾ ਕਛੂ ਪਛਾਨੀ। ਪਰ ਐਮਨਾਬਾਦ ਦੇ ਵਿੱਚ ਮੂਰਖ ਲੋਕ ਵੀ ਬੜੇ ਸੀ। ਸਿਆਣਿਆਂ ਨੇ ਮੰਨ ਲਿਆ ਕਿ ਗੁਰੂ ਨਾਨਕ ਵਿੱਚ ਕਰਾਮਾਤਾਂ ਨੇ, ਸ਼ਕਤੀਆਂ ਨੇ। ਮੂਰਖ ਲੋਕਾਂ ਨੇ ਅਜੇ ਵੀ ਨਹੀਂ ਮੰਨਿਆ। ਹਾਂਜੀ। ਕਿਉਂ ਚਿੰਤਾ ਮਨ ਕਪ ਕਰ ਆਈ ਨਹਿ ਜਾਣੇ ਤੇ ਕੀਮਤ ਕਾਈ। ਹੁਣ ਜਿਹੜੀ ਚਿੰਤਮਣੀ ਹੈ, ਕਹਿੰਦੇ ਤੁਸੀਂ ਬਾਂਦਰ ਨੂੰ ਫੜਾ ਦਿਓ ਉਹਨੂੰ ਕੀ ਪਤਾ। ਇੱਕ ਮੁਹਾਵਰ ਹੈ ਕਿ ਬੰਦਰ ਕੀ ਜਾਣੈ ਅਦਰਕ ਦਾ ਸਵਾਦ। ਹੁਣ ਇਹ ਹਿੰਦੁਸਤਾਨ ਦੀਆਂ ਕਈ ਚੀਜ਼ਾਂ ਤੇ ਅੰਮ੍ਰਿਤ ਨੇ, ਨਿਆਮਤ ਨੇ। ਉਹਦੇ ਵਿੱਚ ਅਦਰਕ ਵੀ ਹੈ, ਲਸਣ ਵੀ ਹੈ, ਪਿਆਜ਼ ਵੀ ਹੈ। ਇਹ ਹਿੰਦੁਸਤਾਨ ਤੋਂ ਗਈਆਂ ਨੇ ਸਾਰੀਆਂ ਚੀਜ਼ਾਂ ਬਾਹਰ ਨੂੰ। ਇਹ ਸਭ ਤੋਂ ਪਹਿਲਾਂ ਇਹਨਾਂ ਜੜੀਆਂ ਬੂਟੀਆਂ ਦੀ ਖੋਜ ਸਾਡੇ ਮੁਲਕ ਵਿੱਚ ਹੋਈ ਹੈ। ਹੁਣ ਇਹ ਕਿੰਨਾ ਗੁਣਕਾਰੀ ਹੈ।
ਮੈਨੂੰ ਕੱਲ ਕਿਸੇ ਨੇ ਦੱਸਿਆ ਕਿ ਕੋਕ ਲੈ ਕੇ ਨਾ, ਕੋਕ ਕਹਿੰਦੇ ਉਹਦੇ ਵਿੱਚ ਛੋਟਾ ਛੋਟਾ ਅਦਰਕ ਕੁਤਰ ਲਓ। ਹੁਣ ਉਹਨੂੰ ਕੀ ਕਰੋ, ਉਹਨੂੰ ਚੁੱਲ੍ਹੇ ਤੇ ਰੱਖ ਦਿਓ, ਉਹਨੂੰ ਰਿੰਨ ਲਓ। ਜਦੋਂ ਚੰਗੀ ਤਰ੍ਹਾਂ ਰਿੱਝ ਜਾਏ, ਥੋੜਾ ਜਿਹਾ ਬਚੇਗਾ ਉਹਨੂੰ ਪੀ ਲਓ। ਕਹਿੰਦੇ ਖੜੇ ਖੜੋਤੇ ਜ਼ੁਕਾਮ ਠੀਕ ਹੋ ਜਾਏਗਾ। ਮੈਂ ਕਿਹਾ ਅੱਛਾ ਜੀ, ਅਸੀਂ ਤਾਂ ਸੁਣਦੇ ਸੀ ਵੀ ਕੋਕ ਮਾੜੀ ਚੀਜ਼ ਹੈ, ਅਦਰਕ ਚੰਗੀ ਚੀਜ਼ ਨੇ। ਹੁਣ ਜਿਹੜੇ ਲੱਭਣ ਵਾਲੇ ਨੇ ਉਹਨਾਂ ਨੇ ਦੋਵਾਂ ਨੂੰ ਇਕੱਠੇ ਕਰਕੇ ਨਵੀਂ ਚੀਜ਼ ਕੱਢਤੀ। ਉਹ ਕਹਿੰਦੇ ਜ਼ੁਕਾਮ ਦਾ ਇਲਾਜ ਹੀ ਬੜਾ ਵਧੀਆ, ਖੜੇ ਖੜੋਤੇ ਠੀਕ ਹੋ ਜਾਂਦਾ ਹੈ। ਅੱਜ ਕਵੀ ਜੀ ਕਹਿੰਦੇ ਨੇ ਜਿਵੇਂ ਬਾਂਦਰ ਨੂੰ ਕੋਈ ਕੀਮਤੀ ਮਣੀ ਦੇ ਦਿਓ ਤੇ ਬਾਂਦਰ ਨੂੰ ਕੀ ਕੀਮਤ ਹੈ, ਆਪਾਂ ਕਹਾਂਗੇ ਨਹੀਂ। ਤੇ ਕਵੀ ਜੀ ਕਹਿੰਦੇ ਐਮਨਾਬਾਦ ਵਿੱਚ ਕਈ ਇੱਦਾਂ ਦੇ ਬਾਂਦਰ ਵੀ ਸਨ ਜਿਨ੍ਹਾਂ ਨੇ ਮਲਕ ਭਾਗੋ ਦੇ ਘਰ ਸਭ ਕੁਝ ਹੋਇਆ ਬੀਤਿਆ ਵੇਖ ਕੇ ਵੀ ਗੁਰੂ ਨਾਨਕ ਸਾਹਿਬ ਦੀ ਕੀਮਤ ਨਹੀਂ ਪਾਈ। ਉਹ ਅਜੇ ਵੀ ਮੱਥਾ ਨਹੀਂ ਟੇਕਿਆ ਉਹਨਾਂ ਨੇ, ਅਜੇ ਵੀ ਉਹਨਾਂ ਨੇ ਹੱਥ ਨਹੀਂ ਜੋੜੇ, ਅਜੇ ਵੀ ਸਤਿਗੁਰੂ ਦੀ ਮਹਿਮਾ ਨੂੰ ਉਹਨਾਂ ਨੇ ਨਹੀਂ ਮੰਨਿਆ। ਉਹ ਕੀ ਕਹਿੰਦੇ ਨੇ, ਹਾਂਜੀ, ਕਹੇ ਕਿ ਨਜ਼ਰ ਬੰਦ ਸਾਕੀਨਾ, ਜਾਣਿਓ ਗਇਓ ਨ ਕਿਆ ਕਰ ਦੀਨਾ। ਉਹ ਕਹਿੰਦੇ ਵੀ ਇਹ ਬੰਦਾ ਕੋਈ ਮਦਾਰੀ ਹੈ, ਇਹ ਨਜ਼ਰ ਬੰਨ੍ਹ ਦਿੰਦਾ ਹੈ ਤੇ ਇਹੋ ਜਿਹੇ ਡਰਾਮੇ ਕਰ ਦਿੰਦਾ ਹੈ। ਇਹਨੂੰ ਆਪਾਂ ਮਦਾਰੀ ਕਹਿ ਦਿੰਦੇ ਆ। ਜਿਹੜੇ ਬਹੁਤੇ ਪੜ੍ਹੇ ਲਿਖੇ ਲੋਕ ਨੇ ਉਹ ਇਹਨੂੰ ਹਿਪਨੋਟਾਈਜ਼ ਕਹਿ ਦਿੰਦੇ ਨੇ। ਆਮ ਜਿਹੜਾ ਸ਼ਬਦ ਪਿੰਡਾਂ ਵਿੱਚ ਬੋਲਿਆ ਜਾਣ ਵਾਲਾ ਹੈ, ਉਹ ਕਹਿੰਦੇ ਨੇ ਵੀ ਇਹਨੇ ਤਾਂ ਜੀ ਉਹਦੀ ਨਜ਼ਰ ਹੀ ਬੰਨ੍ਹ ਦਿੱਤੀ, ਵੀ ਉਹ ਕਮਲਾ ਜਿਹਾ ਕਰ ਦਿੱਤਾ ਤੇ ਉਹਨੂੰ ਪਤਾ ਹੀ ਨਹੀਂ ਲੱਗਾ ਵੀ ਮੇਰੇ ਨਾਲ ਕੀ ਹੋਇਆ। ਉਹ ਮੂਰਖ ਲੋਕ ਅਜੇ ਵੀ ਐਮਨਾਬਾਦ ਦੇ ਕੁਝ ਕਮਲੇ ਲੋਕ ਅਜੇ ਵੀ ਕਹੀ ਜਾਂਦੇ ਨੇ ਕਿ ਨਹੀਂ ਜੀ ਕੁਝ ਨਹੀਂ ਹੋਇਆ, ਚੌਧਰੀ ਨੂੰ ਜਿਹੜਾ ਮਲਕ ਭਾਗੋ ਹੈ ਉਹਨੂੰ ਕੀ, ਦੀਵਾਨ ਸਾਹਿਬ ਨੂੰ ਕੁਝ ਵੀ ਨਹੀਂ, ਉਹਦੇ ਘਰ ਕੋਈ ਬ੍ਰਹਮ ਭੋਜ ਸੀ, ਕੋਈ ਖੂਨ ਦੀ ਰੋਟੀ ਥੋੜਾ ਸੀ। ਇਹ ਤਾਂ ਇਸ ਨਾਨਕ ਨੇ ਲੋਕਾਂ ਦੀ ਨਜ਼ਰ ਬੰਨ੍ਹ ਦਿੱਤੀ ਤੇ ਉੱਥੇ ਤਮਾਸ਼ਾ ਜਿਹਾ ਕਰਕੇ ਵਿਖਾ ਦਿੱਤਾ। ਹਾਂਜੀ, ਮਲਕ ਮੰਦ ਮਤ ਮੂੜ ਮਨ, ਕਲ ਮਲ ਬਲਤ ਮਲੀਨ। ਤੇ ਮਲਕ ਭਾਗੋ ਦੀ ਕਿਸਮਤ ਉਦੋਂ ਵੀ ਮਾੜੀ। ਚਲੋ ਉਸ ਵੇਲੇ ਨਹੀਂ ਤੇਰੀ ਅਕਲ ਕੰਮ ਕੀਤੀ, ਅਗਲੇ ਦਿਨ, ਉਸ ਤੋਂ ਅਗਲੇ ਦਿਨ, ਉਸ ਤੋਂ ਅਗਲੇ ਦਿਨ ਨਾ। ਮਲਕ ਭਾਗੋ ਦੇ ਮਨ ਵਿੱਚ ਗੁੱਸਾ ਆ ਗਿਆ ਕਿ ਨਾਨਕ ਨੇ ਮੇਰੀ ਬੇਇੱਜ਼ਤੀ ਕੀਤੀ ਹੈ, ਮੈਂ ਨਾਨਕ ਦੀ ਬੇਇੱਜ਼ਤੀ ਕਰਨੀ ਹੈ। ਇਸ ਕਰਕੇ ਜਦੋਂ ਵੀ ਤੁਸੀਂ ਕਿਸੇ ਵਿਅਕਤੀ ਨੂੰ ਉਹਦੀ ਗਲਤੀ ਨੋਟ ਕਰਾਓਗੇ, ਤੁਸੀਂ ਉਹਦੀ ਗਲਤੀ ਨੂੰ ਪ੍ਰਗਟ ਕਰੋਗੇ, ਜਦੋਂ ਵੀ ਉਹਦਾ ਪਾਜ ਉਘਾੜੋਗੇ, ਉਹਦੀ ਕੀਮਤ ਦੇਣ ਵਾਸਤੇ ਤਿਆਰ ਹੋ ਜਾਣਾ। ਤੁਸੀਂ ਉਹਦਾ ਪਾਜ ਉਘਾੜੋਗੇ, ਉਹ ਤੁਹਾਡੇ ਕੱਪੜੇ ਫਾੜੇਗਾ। ਉਹ ਜੋ ਕੁਝ ਵੀ ਕਰ ਸਕਿਆ ਉਹ ਤੁਹਾਡੇ ਪ੍ਰਤੀ ਕਰੇਗਾ। ਮਲਕ ਭਾਗੋ ਨੇ ਤਹਈਆ ਕਰ ਲਿਆ। ਉਹ ਕਹਿੰਦਾ ਮੈਂ ਤੈਨੂੰ ਸਬਕ ਸਿਖਾਵਾਂਗਾ। ਇਹ ਕੌਣ ਹੁੰਦਾ ਹੈ? ਮੇਰੇ ਘਰ ਆ ਕੇ ਪੂੜੀਆਂ ਚੋਂ ਲਹੂ ਕੱਢ ਕੇ ਵਿਖਾਉਣ ਵਾਲਾ। ਮਲਕ ਮੰਦ ਮਤ ਮੂੜ ਮਨ, ਕਲਮਲ ਬਲਤ ਮਲੀਨ। ਪਾਪਾਂ ਦੇ ਵਿੱਚ ਭਿੱਜਿਆ ਭਰਿਆ, ਅੰਦਰੋਂ ਹੀ ਅੰਦਰ ਸੜਨਾ ਸ਼ੁਰੂ ਹੋ ਗਿਆ ਕਿ ਮੈਂ ਤੇ ਬਦਲਾ ਲੈਣਾ ਹੈ ਜੀ ਨਾਨਕ ਜੀ ਕੋਲੋਂ। ਹਾਂਜੀ, ਮਹਿਮਾ ਮਾਨ ਨ ਪਦ ਪਰਿਓ, ਬਾਹਰੋ ਮਤ ਸਰ ਕੀਨ। ਗੁਰੂ ਦੀ ਮਹਿਮਾ ਨਹੀਂ ਜਾਣੀ, ਗੁਰੂ ਦੇ ਚਰਨ ਨਹੀਂ ਪਰਸੇ, ਸਗੋਂ ਈਰਖਾ ਦੇ ਵਿੱਚ ਵਹਿ ਤੁਰਿਆ। ਹਾਂਜੀ, ਹਿਰਦੈ ਵਿਚਾਰੈ ਅਸ ਅਗਿਆਨਾ, ਬੈਰ ਲਿਆਉ ਤੋ ਸੁਖ ਮਨ ਪ੍ਰਾਨਾ। ਹੁਣ ਇਹਨੇ ਆਪਣੇ ਮਨ ਵਿੱਚ ਵੈਰ ਬੰਨ੍ਹ ਲਿਆ ਕਿ ਜਿਸ ਦਿਨ ਮੈਂ ਨਾਨਕ ਦੇ ਕੋਲੋਂ ਬਦਲਾ ਲਵਾਂਗਾ ਉਸ ਦਿਨ ਮੈਨੂੰ ਸੁਖ ਹੋਏਗਾ, ਭਾਵ ਉਹਨੇ ਦਿਨ ਮੈਂ ਸੁਖੀ ਨਹੀਂ ਆ। ਹੁਣ ਇਹਨੇ ਸੋਚਣਾ ਸ਼ੁਰੂ ਕਰ ਦਿੱਤਾ। ਮੈਂ ਇੱਕ ਦਿਨ ਜਦੋਂ ਗੁਰੂ ਨੌਵੇਂ ਪਿਤਾ ਜੀ ਦੀ ਕਥਾ ਚੱਲਦੀ ਸੀ ਨਾ, ਤੇ ਉਹਦੇ ਵਿੱਚ ਇੱਕ ਪ੍ਰਸੰਗ ਆਇਆ ਸੀ ਕਿ ਪਾਪ ਦਾ ਜਨਮ ਇੱਛਾ ਤੋਂ ਹੁੰਦਾ ਹੈ। ਤੇ ਉਦੋਂ ਬਾਅਦ ਮੈਂ ਸ਼ਾਇਦ 1000 ਵਾਰੀ ਬੇਨਤੀ ਕੀਤੀ, ਗੱਲ ਬਾਰ-ਬਾਰ ਇਹ ਗੱਲ ਜਿਹੜੀ ਹੈ ਇਹ ਸਾਨੂੰ ਦ੍ਰਿੜ ਹੁੰਦੀ ਹੈ। ਹੁਣ ਇਹਨੇ ਮਨ ਵਿੱਚ ਧਾਰ ਲਿਆ, ਇੱਛਾ ਕਰ ਲਈ ਕਿ ਗੁਰੂ ਨਾਨਕ ਨੂੰ ਸਬਕ ਸਿਖਾਉਣਾ ਹੈ। ਹੁਣ ਨਵੇਂ ਪਾਪ ਨੂੰ ਜਨਮ ਦੇਣ ਲੱਗ ਪਿਆ। ਰੋਜ਼ ਸੋਚਦਾ ਕੀ ਕਰਾਂ, ਕਿਵੇਂ ਕਰਾਂ।
ਹਿਰਦੇ ਵਿਚਾਰੇ ਅਸ ਅਗਿਆਨਾ ਬੈਰ ਲਿਓ ਤੋ ਸੁਖ ਮਮ ਪ੍ਰਾਨਾ। ਕਹਿੰਦਾ ਮੇਰੇ ਪ੍ਰਾਣਾਂ ਨੂੰ ਸੁਖ ਉਦੋਂ ਮਿਲੇਗਾ ਜਦੋਂ ਮੈਂ ਨਾਨਕ ਦੇ ਕੋਲੋਂ ਆਪਣੇ ਵੈਰ ਦਾ ਬਦਲਾ ਲਵਾਂਗਾ। ਹਾਂਜੀ। ਲੱਜਤ ਕੇ ਨ ਮੋਹਿ ਬਹੁ ਮਾਹੇ ਖਾਨ ਨਿਕਟ ਗਹਿਵਾਵੋ ਤਾਹੇ। ਇਸ ਨਾਨਕ ਨੇ ਮੈਨੂੰ ਭਰੇ ਸਮਾਜ ਵਿੱਚ ਸ਼ਰਮਸਾਰ ਕੀਤਾ ਤੇ ਮੈਂ ਹੁਣ ਇਸ ਐਮਨਾਬਾਦ ਦਾ ਜਿਹੜਾ ਰਾਜਾ ਪਠਾਨ ਹੈ, ਮੈਂ ਉਹਨੂੰ ਕੋਈ ਐਸੀ ਜਾ ਕੇ ਲੂਤੀ ਲਾਵਾਂਗਾ ਕਿ ਉਹ ਨਾਨਕ ਨੂੰ ਪਕੜ ਲਵੇ, ਪਕੜ ਕੇ ਜੇਲ੍ਹ 'ਚ ਸੁੱਟ ਦੇਵੇ, ਤੇ ਫਿਰ ਇਹਨੂੰ ਮੈਂ ਬਾਹਰ ਨਹੀਂ ਨਿਕਲਣ ਦੇਵਾਂਗਾ। ਜਾਂ ਤੇ ਫਿਰ ਮੇਰੇ ਤੋਂ ਮਾਫੀ ਮੰਗੇਗਾ, ਤੇ ਜਾਂ ਫਿਰ ਦੁਨੀਆ 'ਚ ਰੌਲਾ ਪੈ ਜਾਏਗਾ ਵੀ ਜੇ ਐਡਾ ਤਾਕਤਵਰ ਸੀਗਾ ਤੇ ਹੁਣ ਜੇਲ੍ਹ 'ਚ ਪੈ ਕੇ ਕਿਉਂ ਸੜੀ ਜਾਂਦਾ। ਹਾਂਜੀ। ਜੇ ਤੇ ਦੁਖ ਪਾਵੇ ਜੜ ਸੋ ਕਰਤ ਉਪਾਵ ਲੋਕ ਯੁਗ ਖੋ। ਇਸ ਤਰ੍ਹਾਂ ਜੇ ਤੇ ਦੁੱਖ ਪਾਵੇ ਜੜ ਸੋ, ਹੁਣ ਇਹ ਉਸ ਰਸਤੇ ਤੁਰ ਪਿਆ ਜਿਹਦੇ ਨਾਲ ਇਸ ਮੂਰਖ ਨੂੰ ਹੋਰ ਦੁੱਖ ਹੋਏਗਾ। ਅਸੀਂ ਕੀ ਕਰਦੇ ਹਾਂ? ਇੱਕ ਪਾਪ ਨੂੰ ਛੁਪਾਉਣ ਵਾਸਤੇ ਕਈ ਹੋਰ ਪਾਪ ਕਰ ਦਿੰਦੇ ਆ, ਇੱਕ ਝੂਠ ਨੂੰ ਛੁਪਾਉਣ ਵਾਸਤੇ ਕਈ ਝੂਠ ਹੋਰ ਬੋਲ ਦਿੰਦੇ ਆ। ਨਤੀਜਾ ਕੀ ਨਿਕਲਦਾ? ਪਹਿਲੇ ਝੂਠ ਦੀ ਸ਼ਾਇਦ ਮਾਫੀ ਹੋ ਜਾਂਦੀ, ਜਿਹੜੇ ਮਗਰੋਂ ਬੋਲੇ ਉਹ ਮਾਫੀਯੋਗ ਵੀ ਨਾ ਰਹੇ। ਪਹਿਲਾ ਪਾਪ ਹੋ ਸਕਦਾ ਮਾਫ ਹੋ ਜਾਂਦਾ ਕਿ ਚਲੋ ਜੀ ਪਹਿਲੀ ਵਾਰੀ ਗਲਤੀ ਹੋਈ, ਮਾਫ ਕਰ ਦਿਓ, ਪਰ ਉਸ ਪਾਪ ਨੂੰ ਛੁਪਾਉਣ ਲਈ ਜਿਹੜੇ ਪਾਪ ਕੀਤੇ ਹੁਣ ਉਹ ਮਾਫੀਯੋਗ ਵੀ ਹੈ ਨਹੀਂ। ਵੀ ਭਾਈ ਤੂੰ ਇੱਕ ਗਲਤੀ ਕੀਤੀ ਹੋਵੇ ਤੇ ਮਾਫ ਕਰ ਦਈਏ, ਤੂੰ ਤੇ 50 ਗਲਤੀਆਂ ਹੋਰ ਕਰ ਲਈਆਂ ਨੇ। ਹੁਣ ਇਹ ਤੁਰ ਪਿਆ ਗਇਓ ਖਾਨ ਕੀ ਸਭਾ ਮਝਾਰਾ। ਇੱਕ ਦਿਨ ਇਹਨੇ ਆਪਣਾ ਮਨ ਬਣਾਇਆ ਤੇ ਜਿਹੜਾ ਉਥੋਂ ਦਾ ਖਾਨ ਹੈ ਪਠਾਨ, ਉਹਦਾ ਨਾਂ ਵੀ ਅੱਗੇ ਜਾ ਕੇ ਆਏਗਾ, ਉਹਦਾ ਨਾਂ ਹੈ ਅੱਤੇ ਖਾਨ। ਅੱਤੇ ਖਾਨ ਇਹ ਉਹਦੇ ਦਰਬਾਰ ਵਿੱਚ ਚਲਾ ਗਿਆ। ਦੀਵਾਨ ਤੇ ਸੀ, ਮੰਤਰੀ ਸੀ, ਇਹਨੂੰ ਕਿਹੜਾ ਕਿਸੇ ਨੇ ਰੋਕਣਾ ਸੀ। ਹਾਂਜੀ। ਹੋਰ ਭਈ ਤਜ ਪਹੁਨ ਪਧਾਰਾ ਗਇਓ ਖਾਨ ਕੀ ਸਭਾ ਮਝਾਰਾ। ਇਕ ਤਿਹ ਤਾਤ ਤਰਨ ਜਿਹ ਬੈਸਾ ਭਇਓ ਆਮ ਮੈਂ ਮਿਰਤਕ ਜੈਸਾ। ਇਸ ਕਰਕੇ ਭੋਰ ਭਈ ਤਜ ਭਉਣ ਪਧਾਰਾ ਗਇਓ ਖਾਨ ਕੀ ਸਭਾ ਮਝਾਰਾ ਇਕ ਤੈ ਤਾਤ ਤਰੁਣ ਜੈ ਬੈਸਾ। ਉੱਥੇ ਕੀ ਹੋਇਆ? ਜਿਵੇਂ ਹੀ ਇਹ ਰਾਜੇ ਦੀ ਸਭਾ ਵਿੱਚ ਗਿਆ ਤੇ ਸਾਰੀ ਸਭਾ ਜਿਹੜੀ ਸੀ ਉਹ ਸ਼ੋਕ ਵਿੱਚ ਡੁੱਬੀ ਹੋਈ ਸੀ, ਗਮ ਵਿੱਚ। ਕੀ ਹੋਇਆ? ਰਾਜੇ ਦਾ ਇੱਕ ਪੁੱਤਰ ਸੀ, ਭਇਓ ਆਮ ਮੈਂ ਮਿਰਤਕ ਜੈਸਾ। ਉਹਦੇ ਸਰੀਰ ਤੇ ਕੋਈ ਰੋਗ ਆਇਆ ਤੇ ਵੈਦਾਂ ਹਕੀਮਾਂ ਨੇ ਜਵਾਬ ਦੇ ਦਿੱਤਾ। ਸਭ ਨੇ ਕਿਹਾ ਵੀ ਇਹ ਤਾਂ ਰਾਜਾ ਹੁਣ ਮਰ ਜਾਏ, ਘੜੀ ਮਰ ਜਾਏ, ਤੇਰੇ ਬੱਚੇ ਦੀ ਜ਼ਿੰਦਗੀ ਖਤਮ ਹੈ, ਸਾਡੇ ਕੋਲ ਦਵਾਈ ਬੂਟੀ ਕੋਈ ਨਹੀਂ, ਤੇ ਰੋਗ ਐਸਾ ਹੈ ਕਿ ਤੇਰਾ ਬੱਚਾ ਬਚ ਨਹੀਂ ਸਕਦਾ। ਜਿਵੇਂ ਹੀ ਇਹ ਪਠਾਨ ਦੇ ਦਰਬਾਰ ਵਿੱਚ ਪਹੁੰਚਿਆ, ਉੱਥੇ ਇਦਾਂ ਦਾ ਆਲਮ ਸੀ, ਦੁੱਖ ਦੇ ਵਿੱਚ ਸਾਰੇ ਲੋਕ ਬੈਠੇ ਸਨ। ਹਾਂਜੀ। ਘਰ ਉਪਚਾਰ ਥਕੇ ਸਮੁਦਾਈ ਤੇਹ ਕੋ ਰੋਗ ਨ ਸਕੈ ਗਵਾਈ। ਸਭ ਵੈਦ ਹਕੀਮ ਦਵਾਈ ਬੂਟੀ ਕਰਕੇ ਥੱਕ ਗਏ, ਸਭ ਉਪਚਾਰ ਜਿਹੜੇ ਸੀ ਉਹ ਖਾਲੀ ਚਲੇ ਗਏ। ਹਾਂਜੀ। ਮਲਕ ਨਿਕਟ ਬੂਝੋ ਨਿਰਪਤ ਸੁਤਨੇ ਹੋਏ ਆਰਾਮ। ਇਸ ਮਲਕ ਭਾਗੋ ਨੇ ਜਾ ਕੇ ਰਾਜੇ ਨੂੰ ਪੁੱਛਿਆ, ਜਿਵੇਂ ਸ੍ਰਿਸ਼ਟਾਚਾਰ ਹੁੰਦਾ ਹੈ, ਹੁਣ ਉੱਥੇ ਜਾ ਕੇ ਨੇ ਆਪਣਾ ਚੇਂਜ ਕਰ ਲਿਆ, ਮਾਹੌਲ ਨੂੰ ਵੇਖਿਆ ਤੇ ਕਹਿਣ ਲੱਗਾ ਰਾਜਨ ਬੱਚਾ ਠੀਕ ਨਹੀਂ ਹੋਇਆ ਅਜੇ। ਇਹਨੇ ਉਹਦੇ ਨਾਲ ਹਮਦਰਦੀ ਦੇ ਦੋ ਸ਼ਬਦ ਬੋਲੇ। ਹਾਂਜੀ। ਕੋ ਉਪਚਾਰ ਨ ਲਾਗਈ ਕਰੋ ਨ ਕੌਣ ਅਬ ਕਾਮ। ਕੋ ਉਪਚਾਰ ਨ ਲਾਗਈ ਕਰੋ ਕੌਣ ਅਬ ਕਾਮ। ਅੱਗੋਂ ਰਾਜਾ ਕੀ ਕਹਿੰਦਾ ਹੈ? ਕਹਿੰਦਾ ਨਹੀਂ ਮਲਕ ਭਾਗੋ, ਵੈਦਾਂ ਹਕੀਮਾਂ ਨੇ ਜਵਾਬ ਦੇ ਦਿੱਤਾ
ਹੁਣ ਤਾਂ ਕੋਈ ਰਸਤਾ ਬਚਿਆ ਹੀ ਨਹੀਂ। ਤੇ ਮੈਂ ਵੀ ਕੀ ਕਰ ਸਕਦਾ, ਰਾਜਾ ਹੋ ਕੇ ਵੀ ਮੈਂ ਬੇਵੱਸ ਹਾਂ, ਲਾਚਾਰ ਹਾਂ। ਹਾਂਜੀ, ਭੇਖ ਜਨਾਨਾ ਭਾਂਤ ਕਰਾਏ, ਗਉ ਸਪੀਰ ਮੈਂ ਸਭੈ ਮਨਾਏ। ਇੱਥੋਂ ਤੱਕ ਦਵਾਈ ਬੂਟੀ ਤੋਂ ਬਾਅਦ ਮੈਂ ਤਾਂ ਪੀਰ ਫਕੀਰ ਵੀ ਸਾਰੇ ਮੰਨ ਲੈ, ਜਿਹੜੇ ਧਾਰਮਿਕ ਲੋਕ ਹੁੰਦੇ ਨੇ ਸ਼ਕਤੀਆਂ ਵਾਲੇ, ਭੇਖਜ ਨਾਨਾ ਭਾਂਤ ਕਰਾਏ, ਉਹਨਾਂ ਦੇ ਕੋਲੋਂ ਟੇਵੇ ਜੋਤਿਸ਼, ਉਹਨਾਂ ਦੇ ਕੋਲੋਂ ਮੰਤਰ ਜਾਪ ਮੈਂ ਇਹ ਵੀ ਕਰਵਾ ਕੇ ਵੇਖ ਲਿਆ, ਪਰ ਕੋਈ ਵੀ ਨਾ ਦਵਾਈ ਅਸਰ ਕੀਤੀ ਹੈ, ਨਾ ਹੀ ਕਿਸੇ ਸੰਤ ਦਾ, ਕਿਸੇ ਪੀਰ ਫਕੀਰ ਦਾ ਕੋਈ ਮੰਤਰ ਅਸਰ ਕੀਤਾ ਹੈ। ਹਾਂਜੀ, ਜੋ ਬਿਦ ਮੁਝ ਕੇ ਨਿਆਨ ਬਖਾਨੇ, ਸੋ ਮੈਂ ਕਰੀ ਹਿਰਦੇ ਪਰਮਾਨੇ। ਮੈਨੂੰ ਤਾਂ ਜਿਸ ਨੇ ਜੋ ਕਿਹਾ ਮੈਂ ਉਹੀ ਕੀਤਾ ਹੈ, ਭਾਵੇਂ ਮੈਨੂੰ ਮੇਰੀ ਪਦਵੀ ਅਲਾਓ ਕਰਦੀ ਸੀ, ਭਾਵੇਂ ਨਹੀਂ ਕਰਦੀ ਸੀ, ਮੈਂ ਆਪਣੇ ਪੁੱਤਰ ਵਾਸਤੇ ਸਭ ਓੜ ਪੋੜ ਕੀਤੇ ਨੇ। ਹਾਂਜੀ, ਸੁਣ ਕਰ ਭਾਗੋ ਮਨ ਮੈਂ ਗੁਣਿਆ, ਜੋ ਚਾਹਤ ਸੋ ਕਾਰਜ ਬਣਿਆ। ਹੁਣ ਇਹ ਚੌਧਰੀ ਸ਼ੈਤਾਨ ਤੇ ਬਹੁਤ ਸੀਗਾ, ਚਤਰ ਬਹੁਤ ਸੀ, ਇਹਨੇ ਬਹਿਣ ਲੱਗਾ ਤੇ ਕੰਮ ਹੀ ਠੀਕ ਹੋ ਗਿਆ। ਇਹ ਤਾਂ ਕੰਮ, ਜਿਹੜੇ ਕੰਮ ਲਈ ਮੈਂ ਆਇਆ, ਇਹ ਤੇ ਕੰਮ ਅੱਜ ਹੀ ਮੇਰਾ ਤੇ ਕਹਿੰਦਾ ਵੀ ਰੱਬ ਨੇ ਠੀਕ ਕਰ ਦਿੱਤਾ। ਸੁਨ ਕਰ ਭਾਗੋ ਮਨ ਮੈਂ ਗੁਨੀਆਂ, ਗੁਨੀਆਂ ਦਾ ਅਰਥ ਹੁੰਦਾ ਹੈ ਵਿਚਾਰਨਾ। ਜੋ ਚਾਹਤ ਸੋ ਕਾਰਜ ਬਣਿਆ, ਕਹਿੰਦਾ ਮੈਂ ਜੋ ਚਾਹੁੰਦਾ ਸੀ ਉਹ ਤੇ ਕੰਮ ਬਣ ਗਿਆ। ਹਾਂਜੀ, ਬੋਲਿਆ ਦੁਸ਼ਟ ਮੰਦ ਮਤ ਮਾਨੇ, ਜਿਹ ਤੇ ਨਰਕ ਪਾਏ ਦੁਖ ਖਾਨੇ। ਬੋਲਿਓ ਦੁਸ਼ਟ ਮੰਦ ਮਤ ਮਾਨੀ, ਮੰਦੀ ਮਤ ਵਾਲਾ ਦੁਸ਼ਟ। ਮਲਕ ਭਾਗੋ ਕੀ ਕਹਿੰਦਾ ਹੈ, ਜੇ ਤੇ ਨਰਕ ਪਾਏ ਦੁੱਖ ਖਾਨੀ। ਹੁਣ ਇਹ ਉਹ ਕੰਮ ਕਰਨ ਲੱਗਾ ਹੈ ਜਿਹਦੇ ਨਾਲ ਇਹਦੇ ਲਈ ਨਰਕ ਵੀ ਪੱਕੇ ਹੋ ਜਾਣਗੇ ਤੇ ਨਰਕਾਂ ਦੇ ਸਾਰੇ ਦੁੱਖ ਵੀ ਇਸ ਨੂੰ ਭੋਗਣੇ ਪੈਣਗੇ। ਹਾਂਜੀ, ਗਹੋ ਫਕੀਰ ਕਾਮ ਲੈ ਕੋ, ਤੁਮ ਸੁਤ ਬੇਦਨ ਖੋਵੈ ਸੋ। ਕਹਿਣ ਲੱਗਾ ਰਾਜਾ ਬੜਾ ਸੌਖਾ ਜਿਹਾ ਕੰਮ ਹੈ। ਕਹਿਣ ਲੱਗਾ ਕੀ? ਕਹਿੰਦਾ ਕੋਈ ਕਾਮਲ ਫਕੀਰ ਲੱਭ, ਪੁੱਗਿਆ ਹੋਇਆ, ਜਿਹਦੇ ਕੋਲੇ ਸ਼ਕਤੀਆਂ ਹੋਣ, ਜਿਹਦੇ ਕੋਲੇ ਕਰਾਮਾਤਾਂ ਹੋਣ। ਤੁਮ ਸੁਤ ਬੇਦਨ ਖੋਵੈ ਸੋ। ਉਹ ਬੰਦਾ ਜਿਹੜਾ ਕਾਮਲ ਫਕੀਰ ਹੈ, ਉਹ ਤੇਰੇ ਪੁੱਤਰ ਦੀਆਂ ਬਿਮਾਰੀਆਂ, ਰੋਗ, ਦੁੱਖ ਇਹ ਸਾਰੇ ਖਤਮ ਕਰ ਸਕਦਾ ਹੈ। ਹਾਂਜੀ, ਤਿਨ ਬਿਨ ਰੋਜ ਤਨ ਜਾਏ ਨ ਕੈਸੇ, ਨਿਜ ਪੁਜ ਬੇ ਨਿਜ ਪੁਜ ਬਾ। ਦੁਸ਼ਮਣ ਬੰਦਾ ਬਣਦਾ ਹੈ। ਅਗਰ ਦੁਸ਼ਮਣ ਨੂੰ ਸੁਧਾਰਨਾ, ਸੋਧਣਾ ਹੋਵੇ ਤੇ ਤੁਹਾਡੀਆਂ ਬਾਹਾਂ ਦੇ ਵਿੱਚ ਸ਼ਕਤੀ ਚਾਹੀਦੀ ਹੈ। ਬਿਮਾਰੀ ਨੂੰ ਭਜਾਉਣ ਵਾਸਤੇ ਦਵਾਈ ਚਾਹੀਦੀ ਹੈ। ਹਾਂਜੀ, ਸੁਣ ਸ਼ਰੋਨਨ ਭਾਣੇ ਅੱਤੇ ਖਾਨਾ, ਕੋ ਕਾਮਲ ਮੁਝ ਨਹੀਂ ਪਛਾਨਾ। ਇਸ ਨਵਾਬ ਦਾ, ਰਾਜੇ ਦਾ ਨਾਂ ਹੈ ਅੱਤੇ ਖਾਨ। ਕਹਿਣ ਲੱਗਾ ਮਲਕ ਭਾਗੋ ਕਿਹੜਾ ਕਾਮਲ ਫਕੀਰ ਹੈ? ਜਿਹੜੇ ਗੌਸ ਪੀਰ ਮੈਂ ਜਾਣਦਾ ਸੀ ਮੈਂ ਤੇ ਸਾਰੇ ਬੁਲਾ ਲੈ, ਤੂੰ ਦੱਸ ਜੇ ਤੂੰ ਕਿਸੇ ਨੂੰ ਜਾਣਦਾ ਹੈ ਤਾਂ। ਹਾਂਜੀ, ਕਹਿਤ ਮਲਕ ਇੱਕ ਨਾਨਕ ਨਾਮੋ, ਸੋ ਕਾਮਲ ਸਮਝੋ ਅਬਿਰਾਮੋ। ਕੋ ਕਾਮਲ ਮੁਝ ਨਹੀਂ ਪਛਾਨਾ। ਅੱਤੇ ਖਾਨ ਕਹਿਣ ਲੱਗਾ ਮੈਨੂੰ ਤੇ ਲੱਭਾ ਨਹੀਂ, ਮੈਨੂੰ ਤਾਂ ਕੋਈ ਦਿਸਿਆ ਨਹੀਂ। ਤੇ ਮਲਕ ਭਾਗੋ ਕਹਿਣ ਲੱਗਾ ਜੀ ਹੈਗਾ ਤੁਹਾਡੇ ਸ਼ਹਿਰ ਵਿੱਚ, ਉਹਦਾ ਨਾਂ ਹੈ ਨਾਨਕ। ਸੋ ਕਾਮਲ ਸਮਝੋ ਅਬਰਾਮੋ। ਕਹਿਣ ਲੱਗਾ ਜੀ ਮੇਰੇ ਤੇ ਵਿਸ਼ਵਾਸ ਕਰੋ, ਕਿਉਂਕਿ ਇਹਦੀ ਹੋਰ ਲਈ ਸੀ ਨਾ, ਇਹ ਤਾਂ ਹੁਣ ਵਿਟਨੈਸ ਹੋ ਗਿਆ ਨਾ ਵੀ ਇਹਦੀ ਬੇਇੱਜ਼ਤੀ ਹੋ ਚੁੱਕੀ ਸਮਾਜ ਵਿੱਚ। ਇਹਨੂੰ ਤੇ ਪਤਾ ਸੀ ਵੀ ਮੇਰੀ ਸੱਚਾਈ ਜਿਹੜਾ ਪ੍ਰਗਟ ਕਰ ਸਕਦਾ, ਉਸ ਤੋਂ ਵੱਧ ਕਾਮਲ ਕੌਣ ਹੋ ਸਕਦਾ ਹੈ। ਕਹਿੰਦਾ ਜੀ ਮੇਰੇ ਤੇ ਵਿਸ਼ਵਾਸ ਕਰੋ, ਜਿਹੜਾ ਨਾਨਕ ਹੈ ਉਹ ਬਿਲਕੁਲ ਕਾਮਲ ਫਕੀਰ ਹੈ, ਪੁੱਗਿਆ ਹੋਇਆ, ਸ਼ਕਤੀਆਂ ਵਾਲਾ। ਹਾਂਜੀ, ਬਹੁ ਨਰ ਸੁਨੈ ਨਗਨੇ ਮਨ, ਔਗਣ ਕਹਿ ਗੁਣ ਰੀਤ। ਬਹੁ ਨਰ ਸੁਣੇ ਨਾ ਗੁਣੇ ਮਨ, ਔਗਣ ਕੈ ਗੁਣ ਰੀਤ। ਕੋਈ ਔਗਣ,
ਕੋਈ ਗੁਣ, ਬਹੁ ਨਰ ਸੁਣੇ ਨਾ ਗੁਣੇ ਮਨ। ਹੁਣ ਇਹਨੇ ਆਪਣੇ ਮਨ ਵਿੱਚ ਇਸ ਗੱਲ ਦੀ ਵਿਚਾਰ ਨਹੀਂ ਕੀਤੀ। ਹਾਂਜੀ। ਸੰਤ ਗਹੇ ਤੇਰੀ ਜਈ, ਕਿਦੋਂ ਸੇਵ ਸਹਿ ਪ੍ਰੀਤ। ਕਹਿਣ ਲੱਗਾ ਜੀ ਮੇਰੀ ਇੱਕ ਗੱਲ ਸੁਣ ਲੈਣਾ, ਸੰਤ ਦੇ ਨਾਲ ਤੇ ਦੋ ਹੀ ਗੱਲਾਂ ਤੁਹਾਨੂੰ ਸੂਟ ਕਰਨਗੀਆਂ, ਦੋ ਗੱਲਾਂ ਕਰਨੀਆਂ ਬਣ ਆਉਣਗੀਆਂ। ਉਹ ਕਹਿਣ ਲੱਗਾ ਵੀ ਉਹ ਕਿਹੜੀ? ਕਹਿਣ ਲੱਗਾ ਵੀ ਇਹ ਜਿਹੜੇ ਸੰਤ ਹੁੰਦੇ ਨੇ ਨਾ ਇਹ ਸੁਣਦੇ ਨੇ ਨਾ ਵਿਚਾਰਦੇ ਨੇ, ਇਹਨਾਂ ਨੂੰ ਕਿਸੇ ਦੇ ਗੁਣ ਔਗਣ ਨਾਲ ਕੋਈ ਨਹੀਂ ਹੁੰਦਾ। ਪਰ ਜੇ ਕਿਤੇ ਸੰਤ ਮਿਲ ਜਾਏ ਤੇ ਇਹਨਾਂ ਨਾਲ ਦੋ ਤਰ੍ਹਾਂ ਟਰੀਟ ਕਰਨਾ ਚਾਹੀਦਾ। ਉਹ ਕਹਿੰਦਾ ਵੀ ਉਹ ਕਿਹੜਾ? ਦੋ ਤਰ੍ਹਾਂ ਇਹਨਾਂ ਨੂੰ ਕਹਿੰਦਾ ਵੀ ਕਰੋ। ਪਹਿਲਾ ਕਹਿੰਦਾ ਸੇਵਾ ਕਰਕੇ, ਵੀ ਸੰਤ ਦੀ ਮੁੱਠੀ ਚਾਪੀ ਕਰੋ, ਇਸ਼ਨਾਨ ਕਰਾਓ, ਪਦਾਰਥ ਖਵਾਓ, ਮੱਥੇ ਟੇਕੋ, ਹੱਥ ਜੋੜੋ ਤੇ ਸੰਤ ਤੁਹਾਡਾ ਕੰਮ ਕਰ ਦੇਗਾ। ਕਹਿੰਦਾ ਜੇ ਨਾ ਕਰੇ ਤਾਂ? ਕਹਿੰਦਾ ਨਾ ਕਰੇ ਤੇ ਚੁੱਕ ਕੇ ਕੈਦਖਾਨੇ 'ਚ ਸੁੱਟ ਦਿਓ, ਵੀ ਉਦੋਂ ਛੱਡਾਂਗਾ ਜਦੋਂ ਮੇਰਾ ਕੰਮ ਕਰ ਦੇਂਗਾ ਤੂੰ। ਵੇਖੋ ਇਹ ਲਿਖਿਆ ਇਹਦੇ ਵਿੱਚ, ਸੰਤ ਗਹੇ ਤੇ ਰੀਝਈ। ਕਹਿੰਦੇ ਸੰਤ ਨੂੰ ਪਕੜ ਲਓ। ਹੁਣ ਪਕੜਨ ਦੇ ਕਈ ਤਰੀਕੇ ਨੇ। ਇੱਕ ਤਰੀਕਾ ਹੈ ਉਹਦੇ ਚਰਨ ਪਕੜ ਕੇ, ਉਹਨੂੰ ਆਪਣੇ ਪ੍ਰੇਮ ਦੇ ਬੰਧਨ ਵਿੱਚ ਬੰਨ੍ਹ ਕੇ, ਉਹਦੇ ਅੱਗੇ ਹੱਥ ਜੋੜ ਕੇ ਸੰਤ ਰੀਝ ਪੈਂਦੇ ਨੇ। ਅਗਰ ਕੋਈ ਰੱਬ ਦਾ ਪੁੱਗਿਆ ਸੰਤ ਹੋਵੇ, ਤੁਸੀਂ ਹੱਥ ਜੋੜ ਕੇ ਸਾਰਾ ਟੱਬਰ ਖੜੇ ਹੋ ਜਾਓ ਵੀ ਨਹੀਂ ਬਾਬਾ ਜੀ ਸਾਡੇ ਘਰ ਜਲ ਪਾਣੀ ਛਕ ਕੇ ਜਾਓ, ਛਕ ਲੇਗਾ। ਇਹਨੇ ਇੱਕ ਢੰਗ ਤੇ ਉਹੀ ਦੱਸਿਆ, ਦੂਜਾ ਢੰਗ ਇਹਨੇ ਜਿਹੜਾ ਸੀ ਉਹ ਖਤਰਨਾਕ ਦੱਸ ਦਿੱਤਾ। ਕਹਿਣ ਲੱਗਾ ਜੀ ਦੂਜਾ ਢੰਗ ਇਹ ਹੈ ਕਿ ਤੁਸੀਂ ਉਸ ਨੂੰ ਪਕੜ ਲਵੋ ਤੇ ਫਿਰ ਉਹਨੂੰ ਕੋਈ ਸਜ਼ਾ ਦਿਓ। ਕਿਦੋਂ ਸੇਵ ਸਹਿ ਪ੍ਰੀਤ, ਜਾਂ ਸੇਵਾ ਕਰੋ ਜਾਂ ਸਜ਼ਾ ਦਿਓ। ਹਾਂਜੀ। ਸੁਣ ਪਠਾਨ ਨੇ ਮਨੁਜ ਪਠਾਏ, ਲਾਲੋ ਸਦਨ ਦਿਸ਼ਾ ਸੋ ਆਏ। ਉਸ ਪਠਾਨ ਮੁਸਲਮਾਨ ਨੇ ਉਸੇ ਵੇਲੇ ਆਪਣੇ ਸਿਪਾਹੀ ਫੌਜੀ ਭੇਜ ਦਿੱਤੇ, ਉਹ ਆ ਗਏ ਸਾਰੇ ਭਾਈ ਲਾਲੋ ਦੇ ਘਰ। ਹਾਂਜੀ। ਗਵਨੈ ਹੋਤੈ ਤਬੈ ਉਦਿਆਨਾ, ਕਮਲ ਨੈਣ ਸ੍ਰੀ ਗੁਰ ਗਤ ਦਾਨਾ। ਪਰ ਸਤਿਗੁਰੂ ਘਰ ਨਹੀਂ ਸਨ, ਦਿਨ ਦਾ ਵਕਤ ਸੀ ਤੇ ਸਤਿਗੁਰੂ ਜੰਗਲ ਵਿੱਚ ਬੈਠੇ ਸਨ। ਹਾਂਜੀ। ਕਹੈ ਕਿ ਚਲੋ ਬੁਲਾਵ ਬੁਲਾਏ, ਕਰਹੋ ਨਾਹੀਂ ਤੋ ਗਹਿ ਲੈ ਜਾਏ। ਹੁਣ ਇਹ ਜੰਗਲ ਵਿੱਚ ਪਹੁੰਚ ਗਏ, ਮਗਰ ਲੱਭ ਲਿਆ ਤੇ ਜਾਂਦੇ ਹੀ ਜਾ ਕੇ ਸਿਪਾਹੀਆਂ ਨੇ ਆਪਣੀ ਭਾਸ਼ਾ ਬੋਲੀ ਹੈ ਕਿ ਨਾਨਕ ਰਾਜੇ ਨੇ ਤੈਨੂੰ ਤਲਬ ਕੀਤਾ, ਚੱਲਦਾ ਕਿ ਤੈਨੂੰ ਪਕੜ ਲਈਏ। ਸਤਿਗੁਰੂ ਕਹਿੰਦੇ ਕੋਈ ਲੋੜ ਨਹੀਂ ਪਕੜਨ ਦੀ ਭਾਈ, ਜ਼ਬਰਦਸਤੀ ਕਰਨ ਦੀ ਕੀ ਲੋੜ ਹੈ। ਹਾਂਜੀ। ਕਮਲ ਬਦਨ ਸੁਣ ਕਰ ਤਿਨ ਬਾਣੀ, ਗਵਨੇ ਸੰਗ ਨਿਰਪਤ ਇਸ ਥਾਨੀ। ਸਤਿਗੁਰੂ ਕਹਿਣ ਲੱਗੇ ਨਹੀਂ ਪਕੜਨ ਦੀ ਲੋੜ ਨਹੀਂ, ਚੱਲੋ। ਅੱਗੇ ਅੱਗੇ ਸਤਿਗੁਰੂ ਤੁਰ ਪਏ, ਮਗਰ ਮਗਰ ਸਿਪਾਹੀ ਤੁਰ ਪਏ ਤੇ ਉਸ ਨਵਾਬ ਰਾਜੇ ਦੇ ਘਰ ਸਤਿਗੁਰੂ ਪਹੁੰਚ ਗਏ। ਹਾਂਜੀ। ਵੈਸੇ ਨਿਕਟ ਜਾਏ ਜਗਤੇਸ਼ਾ, ਬੋਲੇ ਉਦਰ ਬਿਲੋਕ ਨਰੇਸ਼ਾ। ਸਤਿਗੁਰੂ ਜਾ ਕੇ ਬਹਿ ਗਏ, ਸਾਰੇ ਲੋਕ ਬੈਠੇ ਸੀ, ਗੁਰੂ ਜੀ ਵੀ ਬਹਿ ਗਏ। ਜਾਂ ਹੋ ਸਕਦਾ ਜਿਹੜੇ ਨਾਲ ਲੈ ਕੇ ਆਏ ਉਹਨਾਂ ਹੀ ਕਿਹਾ ਹੋਣਾ ਵੀ ਇੱਥੇ ਬੈਠ ਬਈ ਨਾਨਕ, ਇੱਥੇ ਬਹਿ ਜਾ, ਬਹਿ ਗਏ। ਸਤਿਗੁਰੂ ਨੂੰ ਵੇਖ ਕੇ ਨਵਾਬ ਨੇ ਕੋਈ ਆਦਰ ਮਾਣ ਨਹੀਂ ਕੀਤਾ, ਉਹ ਤੇ ਰਾਜਾ ਰਾਜਿਆਂ ਵਾਲੀ ਭਾਖਿਆ ਬੋਲੀ ਉਹਨੇ। ਵੈਸੇ ਨਿਕਟ ਜਾਏ ਜਗਤੇਸ਼ਾ, ਬੋਲਿਓ ਦਰਸ਼ ਬਲੋਕ ਨਰੇਸ਼ਾ। ਹੁਣ ਰਾਜਾ ਜਿਹੜਾ ਸੀ ਉਹਨੇ ਗੁਰੂ ਨਾਨਕ ਜੀ ਨੂੰ ਆਪਣੇ ਕੋਲ ਬੈਠਿਆਂ ਵੇਖਿਆ ਤੇ ਉਹ ਬੋਲਿਆ। ਹਾਂਜੀ। ਕੋ ਫਕੀਰ ਮਮ ਸੁਤ ਕੋ ਰੋਗੂ, ਦੇਹੋ ਗਵਾਏ ਕਰੋ ਨਹਿ ਸੋਗੂ। ਕਹਿਣ ਲੱਗਾ ਵੇਖ ਫਕੀਰ, ਮੇਰੇ ਪੁੱਤਰ ਦੇ ਸਰੀਰ ਤੇ ਮਾਰੂ ਰੋਗ ਆਇਆ ਹੈ ਤੇ ਮੇਰਾ ਪੁੱਤਰ ਠੀਕ ਕਰ ਦੇ, ਮੇਰੇ ਪੁੱਤਰ ਦਾ ਰੋਗ ਮਿਟਾ ਦੇ। ਹਾਂਜੀ। ਨਤ ਰਾਖੋ ਮੈਂ ਕੈਦ ਮੰਝਾਰਾ, ਨਹਿ ਛੋਡੋ ਨਹਿ ਦਿਓ ਆਹਾਰਾ। ਵੇਖ ਜੇ ਮੇਰਾ ਪੁੱਤਰ ਠੀਕ ਤੂੰ ਕਰ ਦਵੇਂ ਤਾਂ ਠੀਕ ਹੈ, ਨਹੀਂ ਕਰੇਗਾ ਤੇ ਛੱਡਾਂਗਾ ਵੀ ਨਹੀਂ।
ਤੇ ਸੁੱਟਾਂਗਾ ਵੀ ਤੈਨੂੰ ਜੇਲ੍ਹ ਵਿੱਚ, ਕਾਰਾਗ੍ਰਹਿ ਵਿੱਚ। ਹਾਂਜੀ। ਸੁਣ ਬੋਲੇ ਸ਼੍ਰੀ ਨਾਨਕ ਬਚਨਾ, ਤੂੰ ਭਾ ਮੋਹ ਬੰਦ ਮੈਂ ਪਚਨਾ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਰਾਜਾ ਇਹ ਕਿਹੜੀ ਭਾਖਿਆ ਬੋਲ ਰਿਹਾ ਹੈ? ਤੂੰ ਮੋਹ ਦੇ ਬੰਧਨ ਵਿੱਚ ਪਚ ਰਿਹਾ ਹੈ, ਖੁਆਰ ਹੋ ਰਿਹਾ ਹੈ, ਐਵੇਂ ਉਲਟਾ ਫਿੱਕਾ ਬੋਲੀ ਜਾ ਰਿਹਾ ਤੂੰ। ਹਾਂਜੀ। ਜਿਸ ਕੋ ਹਤ ਨ ਚਹਤ ਹੋ ਰੋਗੂ, ਸੋ ਤੋ ਪਹੁੰਚਤ ਭਾ ਯਮ ਲੋਗੂ। ਸਤਿਗੁਰੂ ਕਹਿਣ ਲੱਗੇ, ਜਿਸ ਬੱਚੇ ਦੀ ਖਾਤਰ ਸਾਨੂੰ ਜੇਲ੍ਹ ਵਿੱਚ ਤੂੰ ਸੁੱਟਣਾ ਚਾਹੁੰਦਾ ਹੈ, ਉਹ ਬੱਚਾ ਤੇਰਾ ਮਰ ਚੁੱਕਾ ਹੈ, ਉਹ ਬੱਚੇ ਦੇ ਸਵਾਸ ਪੂਰੇ ਹੋ ਚੁੱਕੇ ਨੇ। ਸੋ ਤੋ ਪਹੁੰਚਤ ਭਾ ਯਮ ਲੋਗੂ। ਸਤਿਗੁਰੂ ਕਹਿੰਦੇ ਉਹ ਤੇ ਜਮ ਲੋਕ ਵੀ ਪਹੁੰਚ ਗਿਆ, ਉਹ ਇਸ ਧਰਤੀ ਤੇ ਨਹੀਂ ਹੈਗਾ। ਹਾਂਜੀ। ਸੋਧਨ ਕੇਤ ਕੀ ਲਿਹੋ ਮੰਗਾਈ, ਨਿਕਟ ਬੈਠ ਕਿਉਂ ਗਾਲ ਬਜਾਈ। ਸਤਿਗੁਰੂ ਕਹਿਣ ਲੱਗੇ, ਕਿਉਂ ਹੰਕਾਰ ਦੇ ਬੋਲ ਬੋਲਦਾ ਹੈ? ਪਹਿਲਾਂ ਆਪਣੇ ਘਰੋਂ ਪਤਾ ਤੇ ਕਰ, ਮੁੰਡਾ ਹੈਗਾ ਵੀ ਹੈ ਕਿ ਮਰ ਗਿਆ ਹੈ? ਉਹ ਤਾਂ ਹੈ ਨਹੀਂ ਇਸ ਧਰਤੀ ਤੇ, ਬੱਚਾ ਤੇਰਾ ਚਲਾ ਗਿਆ ਹੈ। ਹਾਂਜੀ। ਸੁਣ ਬਿਸਮਤ ਘਰ ਨਰ ਕੋ ਭੇਜਾ, ਹਿਰਦੈ ਪੀਰ ਜਨ ਫਟਤ ਕਰੇ ਜਾ। ਸੁਣ ਬਿਸਮਤ ਘਰ ਨਰ ਕੋ ਭੇਜਾ। ਬਸ ਫਿਰ ਕੀ ਸੀ, ਰਾਜੇ ਨੇ ਬੰਦੇ ਭਜਾਏ ਘਰ, ਛੇਤੀ ਪਤਾ ਕਰੋ। ਹੈਰਾਨ ਹੋ ਗਿਆ, ਸਰੀਰ ਪੀੜਾ ਦੇ ਵਿੱਚ ਭਰ ਗਿਆ। ਇੱਕ ਪੁੱਤਰ ਹੋਵੇ, ਪਤਾ ਲੱਗੇ ਵੀ ਉਹ ਵੀ ਮਰ ਗਿਆ। ਇਹ ਹਾਲਤ ਹੋ ਗਈ ਰਾਜੇ ਦੀ। ਹਾਂਜੀ। ਇਤਨੇ ਮੈਂ ਮਾਨਵ ਤਹਿ ਆਵਾ, ਮ੍ਰਿਤਕ ਭਏ ਕਉ ਬਚਨ ਸੁਣਾਵਾ। ਇਹਦੇ ਬੰਦੇ ਤਾਂ ਘਰ ਪਹੁੰਚੇ ਨਹੀਂ, ਪਰ ਜਿਹੜਾ ਘਰੋਂ ਤੁਰਿਆ ਸੀ ਉਹ ਬੰਦਾ ਆ ਗਿਆ। ਉਹਨੇ ਆ ਕੇ ਆਉਂਦੇ ਰਾਜੇ ਨੂੰ ਕਿਹਾ ਵੀ ਰਾਜਾ, ਤੁਹਾਡਾ ਇੱਕ ਪੁੱਤਰ ਜਿਹੜਾ ਹੈ ਉਹ ਵੀ ਚਲਾ ਗਿਆ। ਹਾਂਜੀ। ਸੁਣਤ ਭਇਓ ਸੋ ਬਿਕਲ ਨਰੇਸ਼ਾ, ਉਠ ਆਏ ਸ਼੍ਰੀ ਪ੍ਰਭ ਜਗਤੇਸ਼ਾ। ਹੁਣ ਰਾਜੇ ਨੇ ਕੀ ਗੁਰੂ ਜੀ ਨੂੰ ਕੈਦਖਾਨੇ 'ਚ ਪਾਉਣਾ ਸੀ, ਉਹਦਾ ਤੇ ਪਿੱਟ ਸਿਆਪਾ ਸ਼ੁਰੂ ਹੋ ਗਿਆ। ਸਤਿਗੁਰੂ ਉਹਦੇ ਘਰੋਂ ਨਿਕਲੇ ਤੇ ਭਾਈ ਲਾਲੋ ਦੇ ਘਰ ਆ ਗਏ। ਹਾਂਜੀ। ਸਹਿਜ ਸੁਭਾਏ ਗਏ ਉਦਿਆਨਾ, ਕਿਉ ਹਾਨ ਜਿਮ ਮਾਨੀ ਮਾਨਾ। ਇਹ ਉਹ ਸਤਿਗੁਰੂ ਨੇ ਜਿਨ੍ਹਾਂ ਨੇ ਸਭ ਦਾ ਮਾਣ ਤੋੜਿਆ, ਮਾਨੀਆਂ ਦਾ ਮਾਣ ਤੋੜਿਆ, ਜਿਨ੍ਹਾਂ ਨੇ ਹੰਕਾਰੀਆਂ ਦੇ ਹੰਕਾਰ ਤੋੜੇ ਨੇ। ਹਾਂਜੀ। ਆਸ ਪ੍ਰਕਾਰ ਤਹਿ ਸਮਾ ਬਿਤਾਵਾ, ਜਨ ਦੁਖ ਬਨ ਕੋ ਜੋ ਗੁਰ ਧਾਵਾ। ਇਉਂ ਸਤਿਗੁਰੂ ਜੀ ਨੇ 1 ਮਹੀਨਾ ਐਮਨਾਬਾਦ ਦੇ ਵਿੱਚ ਗੁਜ਼ਾਰਿਆ। ਜਨ ਦੁਖ ਬਨ ਕੋ ਜੋ ਗੁਰ ਦਾਵਾ। ਇਹ ਤਾਂ ਜਿਹੜੇ ਜੰਗਲ ਦੇ ਦੁੱਖ ਸੀ, ਉਹਨਾਂ ਨੂੰ ਦਾਵਾ ਅਗਣ ਬਣ ਕੇ ਸਤਿਗੁਰੂ ਨੇ ਸਾੜ ਦਿੱਤਾ। ਜੰਗਲ ਦੇ ਰੁੱਖਾਂ ਨੂੰ ਜੰਗਲ ਦੀ ਅੱਗ ਹੀ ਸਾੜ ਸਕਦੀ ਹੈ। ਜੇ ਆਪਾਂ ਕਹਿੰਦੇ ਵੀ ਅਸੀਂ ਸਾੜ ਲਵਾਂਗੇ, ਸਾਡੇ ਤੋਂ ਨਹੀਂ ਜੰਗਲ ਸੜਦੇ। ਉਹ ਜਿਹੜੀ ਜੰਗਲਾਂ ਨੂੰ ਅੱਗ ਲੱਗਦੀ ਹੈ, ਉਹ ਜੰਗਲਾਂ ਤੋਂ ਹੀ ਲੱਗਦੀ ਹੈ। ਵਾਂਸੀ ਆਪਸ ਵਿੱਚ ਘਿਸਰਦੇ ਨੇ ਤੇ ਅੱਗ ਲੱਗ ਜਾਂਦੀ ਹੈ। ਅੱਜ ਸਮਾਂ ਸਮਾਪਤ ਹੈ, ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਅਗਲਾ ਸਫ਼ਰ ਸ਼ੁਰੂ ਹੋਏਗਾ ਗੁਰੂ ਨਾਨਕ ਸਾਹਿਬ ਦਾ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ